ਨੈਕਸਟ ਟੌਪਿਕ ਸਾਡਾ ਹੈਗਾ ਟੈਕਸ ਪਲੈਨਿੰਗ ਫਰੋਮ ਡਿਫਰੈਂਟ ਆਰਗੇਨਾਈਜੇਸ਼ਨ। ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਫਾਰਮਸ ਆਫ ਆਰਗੇਨਾਈਜੇਸ਼ਨ ਕਿਹੜੀ ਹੁੰਦੀਆਂ ਨੇ, ਮੀਨਸ ਕਿਹੜੀ 286 ਕਿਹੜੀਆਂ ਕੰਪਨੀਆਂ ਹੁੰਦੀਆਂ ਜਾਂ ਫਿਰ ਫਾਰਮਸ ਹੁੰਦੇ ਜਿਹਦੇ ਵਿੱਚ ਬਿਜ਼ਨਸ ਹੁੰਦਾ ਹੈਗਾ। ਸਭ ਤੋਂ ਪਹਿਲਾਂ ਫਾਰਮਸ ਆ ਰਹੀ ਹੈ ਸੋਲ ਪ੍ਰੋਪਰਾਈਟਰਸ਼ਿਪ। ਇਹਦੇ ਬਾਰੇ ਆਪਾਂ ਨੇ ਪਹਿਲਾਂ ਬਹੁਤ ਵਾਰੀ ਪੜਿਆ ਹੋਇਆ। ਜਦੋਂ ਸਿੰਗਲ ਪਰਸਨ ਓਨਰ ਹੁੰਦਾ, ਕੋਈ ਵੀ ਸਿੰਗਲ ਪਰਸਨ ਜਦੋਂ ਬਿਜ਼ਨਸ ਸਟਾਰਟ ਕਰ ਲੈਂਦਾ ਉਹਨੂੰ ਅਸੀਂ ਸੋਲ ਪ੍ਰੋਪਰਾਈਟਰਸ਼ਿਪ ਹੀ ਕਹਿ ਦਿੰਦੇ ਹਾਂ। ਸੈਕਿੰਡ ਸਾਡੇ ਕੋਲ ਹੈਗਾ ਪਾਰਟਨਰਸ਼ਿਪ। ਪਾਰਟਨਰਸ਼ਿਪ ਜਦ ਦੋ ਜਾਂ ਦੋ ਤੋਂ ਵੱਧ ਬੰਦੇ ਮਿਲ ਕੇ ਬਿਜ਼ਨਸ ਸਟਾਰਟ ਕਰਦੇ ਨੇ, ਹਾਂਜੀ, ਉਹਨੂੰ ਅਸੀਂ ਪਾਰਟਨਰਸ਼ਿਪ ਕਵਾਂਗੇ ਜਦੋਂ ਦੋ ਤੋਂ ਜ਼ਿਆਦਾ ਬੰਦੇ ਮਿਲ ਕੇ ਬਿਜ਼ਨਸ ਸਟਾਰਟ ਕਰਦੇ ਨੇ। ਪਾਰਟਨਰਸ਼ਿਪ ਦੇ ਵਿੱਚ ਅਲੱਗ-ਅਲੱਗ ਟਾਈਪਸ ਹੁੰਦੀਆਂ ਨੇ, ਜਿਵੇਂ ਲਿਮਟਿਡ ਲਾਇਬਿਲਿਟੀ ਮੀਨ ਜਿਹਨੇ ਪਾਰਟਨਰ ਹੋਣਾ ਪਹਿਲਾਂ ਤੋਂ ਫਿਕਸ ਕੀਤਾ ਹੁੰਦਾ ਵੀ ਸਿਰਫ ਇੰਨੇ ਕੀ ਪੈਸੇ ਤੁਸੀਂ ਦੇਣੇ ਹੈਗੇ। ਇੱਕ ਹੁੰਦਾ ਅਨਲਿਮਟਿਡ ਲਾਇਬਿਲਿਟੀ। ਅਨਲਿਮਟਿਡ ਦੇ ਵਿੱਚ ਕੀ ਹੁੰਦਾ, ਜਿਹੜੇ ਪਾਰਟਨਰਸ ਹੋਣਗੇ ਜਿੰਨੇ ਵੀ ਬਿਜ਼ਨਸ ਪੈਸੇ ਲੋੜ ਪਏ ਪਾਰਟਨਰਸ ਨੂੰ ਦੇਣੇ ਹੀ ਪੈਂਦੇ ਹੈਗੇ। ਉਸ ਤੋਂ ਬਾਅਦ ਆਉਂਦਾ ਹੈਗਾ ਕੰਪਨੀ ਜਦੋਂ 7 ਜਾਂ 7 ਤੋਂ ਵੱਧ ਪਰਸਨ ਮਿਲ ਕੇ ਬਿਜ਼ਨਸ ਸਟਾਰਟ ਕਰਦੇ ਨੇ ਉਹਨੂੰ ਅਸੀਂ ਕੰਪਨੀ ਕਹਿੰਦੇ ਹਾਂ। ਕੰਪਨੀ ਦੇ ਕੁਝ ਫੀਚਰਸ ਹੁੰਦੇ ਨੇ ਜਿਹੜੇ ਨੀਚੇ ਲਿਖੇ ਹਨ। ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ। ਕੰਪਨੀ ਦੀ ਰਜਿਸਟ੍ਰੇਸ਼ਨ ਜ਼ਰੂਰ ਹੁੰਦੀ ਹੈ, ਘੱਟੋ ਘੱਟ 7 ਮੈਂਬਰ ਤਾਂ ਜ਼ਰੂਰ ਚਾਹੀਦੇ ਹੁੰਦੇ ਨੇ ਰਜਿਸਟ੍ਰੇਸ਼ਨ ਦੇ ਲਈ। ਵੋਲੰਟਰੀ ਐਸੋਸੀਏਸ਼ਨਸ, ਇਹਦੇ ਵਿੱਚ ਮੈਂਬਰ ਦੇ ਕਹਿੰਦਾ ਕੋਈ ਨਹੀਂ ਜ਼ਰੂਰੀ ਹੁੰਦਾ, ਸਭ ਦੀ ਫ੍ਰੀ ਕੰਸੈਂਟ ਹੁੰਦੀ ਹੈ। ਜਿੰਨੇ ਮਰਜ਼ੀ ਤੁਸੀਂ ਮੈਂਬਰ ਇਨਕਰੀਜ਼ ਕਰ ਸਕਦੇ ਹੋ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿੰਨੇ ਮਰਜ਼ੀ ਘੱਟ ਹੋ ਇੰਨੇ ਮੈਂਬਰ ਮੈਕਸਿਮਮ ਚਾਹੀਦੇ ਨੇ ਕੁਝ ਵੀ। ਕੰਟਰੈਕਚੁਅਲ ਕੈਪੈਸਿਟੀ, ਇਹਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਹੁੰਦੇ ਨੇ ਹਮੇਸ਼ਾ ਇੱਕ ਕੰਟਰੈਕਟ ਬੇਸ ਤੇ ਹੀ ਆਉਂਦੇ ਨੇ, ਕਿਉਂਕਿ ਕੋਈ ਸ਼ੇਅਰ ਹੋਲਡਰ ਹੁੰਦੇ ਨੇ ਜਿਹੜੇ ਤਾਂ ਇਕੁਇਟੀ ਸ਼ੇਅਰ ਹੋਲਡਰ ਹੋ ਗਏ ਤਾਂ ਲਾਈਫ ਟਾਈਮ ਲਈ ਆ ਜਾਂਦੇ ਨੇ। ਜਿਹੜੇ ਆਉਂਦੇ ਨੇ ਪ੍ਰੈਫਰੈਂਸ ਸ਼ੇਅਰ ਹੋਲਡਰ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਹੈ। ਜੋ ਡਿਵੈਂਚਰ ਹੋਲਡਰ ਹੁੰਦੇ ਨੇ ਉਹਨਾਂ ਦਾ ਵੀ ਟਾਈਮ ਪੀਰੀਅਡ ਹੁੰਦਾ, ਕੰਟਰੈਕਟ ਬੇਸ ਤੇ ਹੀ ਆਉਂਦੇ। ਫਿਰ ਹੈ ਮੈਨੇਜਮੈਂਟ। ਕੰਪਨੀ ਦੇ ਵਿੱਚ ਜਿੰਨਾ ਵੀ ਸਾਰਾ ਕੰਮ ਹੁੰਦਾ ਉਹਦੀ ਮੈਨੇਜਮੈਂਟ ਹੀ ਦੇਖਦੀ ਹੈਗੀ। ਮੈਨੇਜਮੈਂਟ ਦੇ ਵਿੱਚ ਜਿਵੇਂ ਕਿ ਉਹਨਾਂ ਦੇ ਮੈਨੇਜਰਸ, ਅੱਗੇ ਸੁਪਰਵਾਈਜ਼ਰਸ ਜਾਂ ਫਿਰ HOD ਹੈਡ ਆਫ ਡਿਪਾਰਟਮੈਂਟ, ਜੋ ਵੀ ਇਦਾਂ ਦੀ ਮੈਨੇਜਮੈਂਟ ਉਹਨਾਂ ਨੇ ਸੈਟਅਪ ਕਰੀ ਹੁੰਦੀ, ਜਾਂ ਫਿਰ HR ਡਿਪਾਰਟਮੈਂਟ ਵਿੱਚ ਆ ਜਾਂਦੇ। ਫਿਰ ਹੈ ਕੈਪੀਟਲ। ਕੋਈ ਵੀ ਕੰਪਨੀ ਬਿਨਾਂ ਕੈਪੀਟਲ ਤੋਂ ਕਦੇ ਰਜਿਸਟਰਡ ਨਹੀਂ ਹੁੰਦੀ, ਕੈਪੀਟਲ ਹਮੇਸ਼ਾ ਕੰਪਨੀ ਦੇ ਵਿੱਚ ਹੁੰਦੀ ਹੀ ਹੁੰਦੀ ਹੈ। ਪਰਪੈਕਚੁਅਲ ਸਕਸੈਸ਼ਨ। ਕੰਪਨੀ ਦੀ ਕਹਿੰਦਾ ਪਰਪੈਕਚੁਅਲ ਸੈਕਸ਼ਨ ਹੁੰਦੀ ਹੈ, ਕਿਸੇ ਪਰਸਨ ਦੀ ਡੈਥ ਹੋ ਰਹੀ ਹੈ, ਕੋਈ ਪਰਸਨ ਜਿਵੇਂ ਸ਼ੇਅਰ ਹੋਲਡਰ ਇਨਸੋਲਵੈਂਟ ਹੋ ਗਿਆ, ਦਿਵਾਲੇ ਘੋਸ਼ਿਤ ਹੋ ਗਿਆ, ਕੋਈ ਫਰਕ ਨਹੀਂ ਪੜਦਾ। ਕੋਈ ਪਰਸਨ ਆ ਰਿਹਾ ਕੰਪਨੀ, ਕੋਈ ਪਰਸਨ ਜਾ ਰਿਹਾ, ਕਿਸੇ ਪ੍ਰਕਾਰ ਦਾ ਕੰਪਨੀ ਨੂੰ ਕੋਈ ਇਫੈਕਟ ਨਹੀਂ ਹੁੰਦਾ ਹੈ। ਕੰਪਨੀ ਉਸੇ ਤਰ੍ਹਾਂ ਹੀ ਚੱਲਦੀ ਰਹਿੰਦੀ। ਜਿਵੇਂ ਕਿ ਪਾਰਟਨਰਸ਼ਿਪ ਦੇ ਵਿੱਚ ਇੱਕ ਪਰਸਨ ਦੀ ਡੈਥ ਹੋ ਗਈ, ਪਾਰਟਨਰਸ਼ਿਪ ਡਿਸੋਲਵ ਕਰਨੀ ਪੈਂਦੀ ਹੈਗੀ ਹੈ, ਫਿਰ ਸਾਰੇ ਪਰਸਨ ਦੁਬਾਰਾ ਮਿਲ ਕੇ ਪਾਰਟਨਰਸ਼ਿਪ ਹੁੰਦੀ ਹੈਗੀ ਹੈ। ਲੇਕਿਨ ਕੰਪਨੀ ਦੇ ਵਿੱਚ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ। ਰਜਿਸਟਰਡ ਆਫਿਸ। ਕੰਪਨੀ ਜਦੋਂ ਵੀ ਖੁੱਲੇਗੀ ਕੋਈ ਉਹਦਾ ਰਜਿਸਟਰਡ ਆਫਿਸ ਆਲਵੇਸ ਹੁੰਦਾ ਹੈ। ਸੇਲ ਕੰਪਨੀ ਦੀ ਆਪਣੀ ਅਲੱਗ ਤੋਂ ਹੀ ਕਾਮਨ ਸੇਲ ਹੁੰਦੀ ਹੈ, ਜਿਹੜੀ ਹਰ ਜਗ੍ਹਾ ਮੀਨਸ ਅਸੀਂ ਕਹਿ ਸਕਦੇ ਹਾਂ ਜਿਵੇਂ ਉਹਨਾਂ ਦੀ ਸਟੈਂਪ ਵਗੈਰਾ ਜਿਵੇਂ ਹੁੰਦੀ ਹੈ ਉਹ ਹਰ ਜਗ੍ਹਾ ਉਹੀ ਚੱਲਦੀ ਹੈ। ਲਿਮਿਟੇਸ਼ਨ ਆਫ ਲਾਇਬਿਲਿਟੀ। ਇਹਦੇ ਵਿੱਚ ਜਿਹੜੇ ਵੀ ਸ਼ੇਅਰ ਹੋਲਡਰ ਹੁੰਦੇ ਨੇ ਹਮੇਸ਼ਾ ਉਹਨਾਂ ਦੀ ਲਿਮਿਟਿਡ ਲਾਇਬਿਲਿਟੀ ਹੁੰਦੀ ਹੈ। ਮੀਨਸ ਪਹਿਲਾਂ ਤੋਂ ਜਿੰਨੇ ਉਹਨਾਂ ਨੇ ਸ਼ੇਅਰ ਖਰੀਦੇ ਹੁੰਦੇ ਨੇ ਉਨੀ ਕੀ ਉਹਨਾਂ ਨੇ ਕੈਪੀਟਲ ਕੰਪਨੀ ਦੇ ਵਿੱਚ ਦੇਣੀ ਹੁੰਦੀ ਹੈ। ਕਈ ਵਾਰ ਤਾਂ ਕੰਪਨੀ ਸਟਾਰਟਿੰਗ ਦੇ ਵਿੱਚ ਹੀ ਸਾਰੀ ਪੇਮੈਂਟ ਲੈ ਲੈਂਦੇ, ਲੇਕਿਨ ਕਈ ਵਾਰ ਇਦਾਂ ਹੁੰਦਾ ਵੀ ਐਪਲੀਕੇਸ਼ਨ ਹੋ ਗਿਆ, ਫਿਰ ਅਲੋਟਮੈਂਟ ਹੋ ਗਿਆ, ਫਿਰ ਉਸ ਤੋਂ ਬਾਅਦ ਕਾਲਸ ਹੋ ਗਈਆਂ, ਉਦਾਂ ਪੈਸੇ ਕੰਪਨੀ ਜਿਵੇਂ ਰਿਕੁਆਇਰਮੈਂਟ ਹੁੰਦੀ ਉਦਾਂ ਸ਼ੇਅਰ ਹੋਲਡਰ ਤੋਂ ਲੈਂਦੇ ਹੈਗੇ। ਫਿਰ ਹੈ ਟ੍ਰਾਂਸਫਰੇਬਿਲਿਟੀ ਆਫ ਸ਼ੇਅਰਸ। ਇਹਦੇ ਵਿੱਚ ਕੰਪਨੀ ਦੇ ਵਿੱਚ ਕੀ ਹੈ, ਕੋਈ ਵੀ ਪਰਸਨ ਕਹਿੰਦਾ ਹਮੇਸ਼ਾ ਜਿਹੜੇ ਸ਼ੇਅਰ ਖਰੀਦਦੇ ਨੇ ਉਹ ਟ੍ਰਾਂਸਫਰੇਬਲ ਹੁੰਦੇ ਨੇ। ਆਪਾਂ ਆਪਣੇ ਸ਼ੇਅਰ ਕਿਸੇ ਹੋਰ ਪਰਸਨ ਨੂੰ ਟ੍ਰਾਂਸਫਰ ਕਰਨੇ ਆ ਉਹ ਕਰ ਸਕਦੇ ਹਾਂ ਆਪਣੀ ਜਗ੍ਹਾ, ਫਿਰ ਦੂਸਰਾ ਮੈਂਬਰ ਸ਼ੇਅਰ ਹੋਲਡਰ ਬਣ ਜਾਂਦਾ। ਕੈਪੈਸਿਟੀ ਟੂ ਸੂ। ਕੰਪਨੀ ਦੇ ਕਹਿੰਦਾ ਆਪਣੀ ਇੱਕ ਕੈਪੈਸਿਟੀ ਹੁੰਦੀ ਹੈ, ਜਿਹੜਾ ਵੀ ਕੇਸ ਹੋਊਗਾ ਕੰਪਨੀ ਦੇ ਨੇਮ ਤੇ ਹੀ ਹੋਊਗਾ। ਅਗਰ ਕੰਪਨੀ ਨੇ ਕਿਸੇ ਦਾ ਕੇਸ ਕਰਨਾ ਤਾਂ ਕੰਪਨੀ ਆਪਣੇ ਨੇਮ ਨਾਲ ਹੀ ਕਿਸੇ ਉੱਪਰ ਕੇਸ ਕਰਦੀ ਹੈ। ਕੋਈ ਮੈਂਬਰ ਅੱਗੇ ਆ ਕੇ ਆਪਣਾ ਨਾਮ ਨਹੀਂ ਦਿਖਾ ਸਕਦਾ ਵੀ ਮੈਂ ਇਹ ਕੁਝ ਕੀਤਾ, ਹਮੇਸ਼ਾ ਸਾਰਾ ਕੰਮ ਜੋ ਹੈ ਕੰਪਨੀ ਦੇ ਨੇਮ ਨਾਲ ਹੀ ਹੁੰਦਾ ਹੈ। ਫੈਕਟਰ ਇਨਵੋਲਵਡ ਇਨ ਸਿਲੈਕਸ਼ਨ ਆਫ ਆਰਗੇਨਾਈਜੇਸ਼ਨ। ਜਦੋਂ ਵੀ ਕਹਿੰਦਾ ਆਪਾਂ ਕੋਈ ਬਿਜ਼ਨਸ ਜਾਂ ਕੋਈ ਆਰਗੇਨਾਈਜੇਸ਼ਨ ਸਿਲੈਕਟ ਕਰਦੇ ਹਾਂ ਵੀ ਕਿਹੜਾ ਬਿਜ਼ਨਸ ਕਰਨਾ ਹੈ, ਉਹਦੇ ਕਿਹੜੇ ਮੇਨ ਫੈਕਟਰ ਅਸੀਂ ਦੇਖੇ ਜਾਂਦੇ। ਸਭ ਤੋਂ ਪਹਿਲਾਂ ਹੈਗਾ ਨੇਚਰ ਆਫ ਦੀ ਬਿਜ਼ਨਸ। ਇਟ ਇਜ਼ ਦੀ ਮੋਸਟ ਇੰਪੋਰਟੈਂਟ ਫੈਕਟਰ। ਕੋਈ ਵੀ ਬਿਜ਼ਨਸ ਤੁਸੀਂ ਸਟਾਰਟ ਕਰਨਾ ਹੈ, ਸਭ ਤੋਂ ਪਹਿਲਾਂ ਸਾਨੂੰ ਬਿਜ਼ਨਸ ਦਾ ਨੇਚਰ ਦੇਖਣਾ ਹੋਊਗਾ। ਨੇਚਰ ਦਾ ਮਤਲਬ ਕੀ ਹੋ ਗਿਆ, ਅਸੀਂ ਕਿਹੜਾ ਬਿਜ਼ਨਸ ਸਟਾਰਟ ਕਰਨਾ ਹੈ। ਜਿਵੇਂ ਐਗਜ਼ਾਮਪਲ ਐਂ ਲਿਖਿਆ ਹੈਗਾ ਟੇਲਰ, ਰੈਸਟੋਰੈਂਟ, ਪ੍ਰੋਫੈਸ਼ਨਲ ਸਰਵਿਸ ਲਾਈਕ ਡਾਕਟਰਸ, ਲਾਇਰਸ, ਜਾਂ ਫਿਰ ਉਸ ਤੋਂ ਬਾਅਦ ਪ੍ਰੋਪਰਾਈਟਰੀ ਫਰਮ ਲੈਣੀ ਹੈਗੀ ਹੈ, ਪਾਰਟਨਰਸ਼ਿਪ ਕਰਨੀ ਹੈ, ਕੰਪਨੀ ਕਰਨੀ ਹੈ। ਇਹ ਹਮੇਸ਼ਾ ਸਾਨੂੰ ਦੇਖਣਾ ਪੈਂਦਾ ਵੀ ਅਸੀਂ ਕਿਦਾਂ ਦਾ ਬਿਜ਼ਨਸ ਸਟਾਰਟ ਕਰ ਰਹੇ ਹਾਂ, ਉਹਦੇ ਤੋਂ ਅੱਗੇ ਹੀ ਬਾਕੀ ਡਿਸੀਜਨ ਲਏ ਜਾਂਦੇ ਆ। ਦੂਸਰਾ ਹੈਗਾ ਸਕੇਲ ਆਫ ਆਪਰੇਸ਼ਨਸ। ਜਦੋਂ ਤੁਸੀਂ ਕਹਿੰਦਾ ਆਪਣਾ ਨੇਚਰ ਬਿਜ਼ਨਸ ਦਾ ਸਿਲੈਕਟ ਕਰ ਲਓਗੇ, ਫਿਰ ਤੁਸੀਂ ਦੇਖੋਗੇ ਵੀ ਅਸੀਂ ਆਪਣੇ ਬਿਜ਼ਨਸ ਨੂੰ ਕਿੰਨਾ ਕੁ ਐਕਸਪੈਂਡ ਕਰਨਾ ਹੈ। ਕੁਝ ਲੋਕ ਜਿਵੇਂ ਛੋਟੀ ਜਿਹੀ ਫਰਮ ਨਾਲ ਜਾਂ ਫਿਰ ਛੋਟੀ ਸ਼ਾਪ ਨਾਲ ਸ਼ੁਰੂ ਹੁੰਦੇ ਹੈਗੇ, ਕੁਝ ਸਿੱਧਾ ਹੀ ਡਿਸਟਰੀਬਿਊਟਰ ਤੋਂ ਸ਼ੁਰੂ ਹੁੰਦੇ। ਉਹ ਡਿਪੈਂਡ ਕਰਦਾ ਹੈ ਸਾਡੀ ਆਪਣੀ ਸੇਵਿੰਗਸ ਜਾਂ ਫਿਰ ਜੇ ਕੋਈ ਕੰਪਨੀ ਲੱਗਣ ਲੱਗੇ ਤਾਂ ਉਹਨਾਂ ਕੋਲ ਕਿੰਨਾ ਪੈਸਾ ਹੈਗਾ, ਉਹਦੇ ਉੱਪਰ ਡਿਪੈਂਡ ਕਰਦੇ ਹੈਗੇ। ਠੀਕ ਹੈ। ਡਿਗਰੀ ਆਫ ਕੰਟਰੋਲ ਡਿਜ਼ਾਇਰ ਬਾਈ ਦੀ ਓਨਰ। ਫਿਰ ਉਸ ਤੋਂ ਬਾਅਦ ਦੇਖਿਆ ਜਾਂਦਾ ਵੀ ਕਿੰਨੇ ਜਿਹੜਾ ਕੰਟਰੋਲ ਹੋਏਗਾ ਓਨਰ ਦੇ ਹੈਂਡ ਦੇ ਵਿੱਚ ਹੋਏਗਾ। ਅਗਰ ਤਾਂ ਮੰਨ ਲਓ ਨਾਰਮਲ ਬਿਜ਼ਨਸ ਹੈ ਜਾਂ ਫਿਰ ਜਿਵੇਂ ਲਿਖਿਆ ਗਿਆ ਟੇਲਰ, ਰੈਸਟੋਰੈਂਟ ਜਾਂ ਫਿਰ ਪ੍ਰੋਫੈਸ਼ਨਲ ਸਰਵਿਸਿਜ਼ ਵਗੈਰਾ ਹੈਗੀਆਂ ਨੇ, ਜਾਂ ਫਿਰ ਪਾਰਟਨਰਸ਼ਿਪ ਦੇ ਵਿੱਚ ਵੀ ਹੈ ਜਾਂ ਫਿਰ ਪ੍ਰੋਪਰਾਈਟਰਸ਼ਿਪ ਦੇ ਵਿੱਚ ਵੀ ਹੈ, ਉਹਦੇ ਵਿੱਚ ਡਿਗਰੀ ਆਫ ਕੰਟਰੋਲ ਤਾਂ ਮੇਨ ਓਨਰਸ ਹੀ ਹੁੰਦੇ ਨੇ, ਕਿਉਂਕਿ ਉਹਨਾਂ ਨੇ ਹੀ ਪੈਸਾ ਲਗਾਇਆ ਹੁੰਦਾ ਹੈਗਾ। ਪਾਰਟਨਰ ਵੀ ਇੱਕ ਤਰ੍ਹਾਂ ਦੇ ਓਨਰ ਹੁੰਦੇ ਨੇ, ਪ੍ਰੋਪਰਾਈਟਰ ਵੀ ਇੱਕ ਤਰ੍ਹਾਂ ਦਾ ਓਨਰ ਹੁੰਦਾ ਹੈ, ਉਹਨਾਂ ਕੋਲ ਹੀ ਸਾਰਾ ਕੰਟਰੋਲ ਹੁੰਦਾ ਹੈ।
अगर कंपनी हैगी है फिर ਸਾਨੂੰ ਦੇਖਣਾ ਪੈਂਦਾ ਵੀ ਕਿੰਨਾ ਕੁ ਜੋ ਮੀਨਸ ਜਿਹੜੇ ਇਕੁਇਟੀ ਸ਼ੇਅਰ ਹੋਲਡਰ ਨੇ ਉਹਨਾਂ ਦਾ ਕਿੰਨਾ ਕੰਪਨੀ ਦੇ ਵਿੱਚ ਰੋਲ ਹੈਗਾ, ਕਿਉਂਕਿ ਅੱਗੇ ਤਾਂ ਸਾਰਾ ਸਟਾਫ ਰੱਖਿਆ ਹੁੰਦਾ, ਉਹ ਸਾਰੇ ਕੰਮ ਕਰਦੇ ਹੈਗੇ। ਅਮਾਉਂਟ ਆਫ ਕੈਪੀਟਲ ਰਿਕੁਆਇਰਡ ਫॉर द एस्टैब्लिशमेंट एंड ऑपरेशन ऑफ द बिजनेस, ਕੰਪਨੀ ਦਾ ਕੰਮ ਚਲਾਉਣ ਲਈ ਕਿੰਨੀ ਕੈਪੀਟਲ ਦੀ ਲੋੜ ਹੈਗੀ ਹੈ, ਇਹ ਵੀ ਸਾਡੇ ਬਿਜ਼ਨਸ ਦੇ ਉੱਪਰ ਡਿਪੈਂਡ ਕਰਦਾ ਹੈ। ਜਿੰਨਾ ਵੱਡਾ ਅਸੀਂ ਬਿਜ਼ਨਸ ਸਟਾਰਟ ਕਰਾਂਗੇ ਉਨੀ ਸਾਨੂੰ ਕੈਪੀਟਲ ਲੋੜ ਪਊਗੀ। ਅਗਰ ਅਸੀਂ ਨਾਰਮਲ ਬਿਜ਼ਨਸ ਨੂੰ ਕੰਪਨੀ ਦੇ ਵਿੱਚ ਕਨਵਰਟ ਕਰਦੇ ਹਾਂ ਫਿਰ ਸਾਨੂੰ ਸ਼ੇਅਰ ਹੋਲਡਰ ਦੀ ਲੋੜ ਪੈਣੀ ਹੈ, ਕੈਪੀਟਲ ਸਾਨੂੰ ਹੋਰ ਵੀ ਜ਼ਿਆਦਾ ਲੋੜ ਪਏਗੀ। ਵੋਲਿਊਮ, ਰਿਸਕ ਐਂਡ ਲਾਇਬਿਲਿਟੀ, ਜਿਹੜੀ ਕੰਪਨੀ ਦੇ ਵਿੱਚ ਕਹਿੰਦਾ ਰਿਸਕ ਔਰ ਲਾਇਬਿਲਿਟੀਜ਼ ਨੇ ਉਹ ਕਿੱਦਾਂ ਵੋਲਿਊਮ ਹੈਗੀ। ਅਗਰ ਨਾਰਮਲ ਸਿੰਪਲ ਫਰਮਸ ਨੇ ਫਿਰ ਤਾਂ ਜਿਹੜੇ ਓਨਰਸ ਹੁੰਦੇ ਨੇ ਉਹਨਾਂ ਦੇ ਹੀ ਹੁੰਦੇ ਨੇ ਸਾਰੇ ਰਿਸਕ, ਲਾਇਬਿਲਿਟੀਜ਼ ਵੀ ਉਹਨਾਂ ਦੀਆਂ ਹੁੰਦੀਆਂ ਨੇ। ਅਗਰ ਕੰਪਨੀ ਦੇ ਵਿੱਚ ਆ ਜਾਂਦੇ ਆ ਤਾਂ ਕੰਪਨੀ ਦੇ ਵਿੱਚ ਰਿਸਕ ਜੋ ਹੈ ਕੰਪਨੀ ਲਈ ਹੀ ਰਹਿ ਜਾਂਦੇ ਨੇ। ਸ਼ੇਅਰ ਹੋਲਡਰ ਦੀ ਲਾਇਬਿਲਿਟੀ ਜੋ ਹੈ ਲਿਮਿਟਡ ਹੁੰਦੀ ਹੈ, ਉਹਨਾਂ ਨੂੰ ਤਾਂ ਪੈਸੇ ਹਰ ਸਾਲ ਜੋ ਆਪਣਾ ਵਿਆਜ ਜਿਵੇਂ ਡਿਵੀਡੈਂਡ ਹੋ ਗਿਆ ਜਾਂ ਇੰਟਰਸਟ ਹੋ ਗਿਆ ਉਹਨਾਂ ਨੂੰ ਮਿਲਦਾ ਰਹਿੰਦਾ ਹੈਗਾ। ਲਾਸਟ ਵਿੱਚ ਕੰਪਨੀ ਜਿੰਨਾ ਪ੍ਰੋਫਿਟ ਵੀ ਆਉਂਦਾ ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਹਿੱਸਾ ਮਿਲਦਾ। ਕੰਪੈਰੀਟਿਵ ਟੈਕਸ ਲਾਇਬਿਲਿਟੀ, ਹਰੇਕ ਫਾਰਮ ਦੀ ਆਪਣੀ ਆਪਣੀ ਟੈਕਸ ਲਾਇਬਿਲਿਟੀ ਹੁੰਦੀ ਹੈ, ਉਹ ਆਪਾਂ ਅੱਗੇ ਗੱਲ ਕਰਾਂਗੇ ਅਲੱਗ-ਅਲੱਗ ਫਾਰਮ ਦੀ ਕਿਸ ਹਿਸਾਬ ਨਾਲ ਟੈਕਸ ਲੱਗਦਾ ਹੈਗਾ। ਸਭ ਤੋਂ ਪਹਿਲਾਂ ਆ ਰਿਹਾ ਟੈਕਸ ਪਲੈਨਿੰਗ ਫॉर ਔਰ ਪ੍ਰੋਪਰਾਈਟਰਸ਼ਿਪ। ਪ੍ਰੋਪਰਾਈਟਰਸ਼ਿਪ ਦਾ ਮਤਲਬ ਕੀ ਹੋ ਗਿਆ, ਓਨਰਸ਼ਿਪ, ਜਦੋਂ ਸਿੰਗਲ ਪਰਸਨ ਬਿਜ਼ਨਸ ਸਟਾਰਟ ਕਰਦਾ ਹੈ। ਇਹਦੇ ਲਈ ਟੈਕਸ ਲਾਇਬਿਲਿਟੀ ਸਭ ਤੋਂ ਪਹਿਲਾਂ ਮੈਂ ਗੱਲ ਕਰਦੇ ਹਾਂ ਵੀ ਜਦੋਂ ਪ੍ਰੋਪਰਾਈਟਰਸ਼ਿਪ ਦੀ ਗੱਲ ਕਰਦੇ ਹਾਂ, ਪ੍ਰੋਪਰਾਈਟਰਸ਼ਿਪ ਦੇ ਕੁਝ ਫੀਚਰਸ ਇਹਨਾਂ ਲਿਖੇ ਗਏ ਨੇ। ਇਹਦਾ ਸਭ ਤੋਂ ਮੇਨ ਫੀਚਰ ਜਿਹੜਾ ਹੈਗਾ ਕਿ ਈਜ਼ੀ ਆਫ ਫਾਰਮੇਸ਼ਨ, ਈਜ਼ੀ ਤਰੀਕੇ ਨਾਲ ਵੀ ਆਪਣਾ ਬਿਜ਼ਨਸ ਸਟਾਰਟ ਹੋ ਜਾਂਦਾ। ਜਿਵੇਂ ਕੰਪਨੀ ਸੈਟਅਪ ਕਰਨ ਲਈ ਸਾਨੂੰ ਬਹੁਤ ਸਾਰੀਆਂ ਲੀਗਲ ਫਾਰਮੈਲਿਟੀਜ਼ ਕਰਨੀਆਂ ਪੈਂਦੀਆਂ ਨੇ, ਉਹ ਕੋਈ ਲੀਗਲ ਫਾਰਮੈਲਿਟੀ ਸਾਨੂੰ ਕਦੀ ਵੀ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਜਦੋਂ ਅਸੀਂ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਕਰਾਂਗੇ। ਇਹਦੇ ਵਿੱਚ ਕੈਪੀਟਲ ਜਿੰਨੀ ਵੀ ਲੋੜ ਹੁੰਦੀ ਹੈ ਸਾਰੀ ਦੀ ਸਾਰੀ ਓਨਰ ਖੁਦ ਹੀ ਉਹਨੂੰ ਡੀਲ ਕਰਦਾ ਹੈਗਾ। ਕਿਸੇ ਹੋਰ ਪਰਸਨ ਤੇ ਬਰਡਨ ਕਰਨਾ ਜਾਂ ਕਿਸੇ ਹੋਰ ਪਰਸਨ ਤੋਂ ਦੇਖਣਾ ਕਿੰਨੀ ਪੇਮੈਂਟ ਆਊਗੀ, ਓਨਰ ਦੀ ਆਪਣੀ ਸੇਵਿੰਗ ਦੇ ਉੱਪਰ ਡਿਪੈਂਡ ਹੁੰਦਾ ਕਿ ਉਹਨੇ ਕਿਵੇਂ ਦਾ ਬਿਜ਼ਨਸ ਸਟਾਰਟ ਕਰਨਾ ਹੈਗਾ। ਓਨਰ ਦਾ ਪੂਰੇ ਬਿਜ਼ਨਸ ਦੇ ਉੱਪਰ ਆਲ ਓਵਰ ਕੰਟਰੋਲ ਹੁੰਦਾ ਹੈ, ਕੋਈ ਵੀ ਚਾਹੇ ਇਨਪੁਟ ਹੈ ਚਾਹੇ ਆਊਟਪੁਟ ਹੈ ਸਾਰਾ ਦਾ ਸਾਰਾ ਕੰਟਰੋਲ ਜੋ ਹੈ ਓਨਰ ਦਾ ਹੀ ਹੁੰਦਾ ਹੈਗਾ। ਓਨਰ ਬਿਜ਼ਨਸ ਦੇ ਪ੍ਰੋਫਿਟ ਨੂੰ ਵੀ ਇੰਜੋਏ ਕਰਦਾ ਹੈ। ਅਗਰ ਬਿਜ਼ਨਸ 'ਚ ਕਦੀ ਵਾਰ ਲਾਸ ਹੋ ਜਾਂਦਾ ਸਾਰਾ ਦਾ ਸਾਰਾ ਲਾਸ ਉਹਨੂੰ ਖਾਲੀ ਨੂੰ ਹੀ ਸਫਰ ਕਰਨਾ ਪੈਂਦਾ ਹੈਗਾ। ਫਰਮ ਦੀ ਕੋਈ ਲੀਗਲ ਅਸਿਸਟੈਂਟ ਸੈਪਰੇਟ ਫਰੋਮ ਇਟਸ ਓਨਰ, ਫਰਮ ਕਹਿੰਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਫਰਮ ਆਪਣੇ ਓਨਰ ਤੋਂ ਬਿਲਕੁਲ ਅਲੱਗ ਹੈ, ਜੋ ਕਿ ਜਦੋਂ ਵੀ ਫਰਮ ਜਾਣੀ ਜਾਂਦੀ ਆਪਣੇ ਓਨਰ ਦੇ ਨੇਮ ਨਾਲ ਹੀ ਜਾਣੀ ਜਾਂਦੀ ਹੈਗੀ। ਕੰਪਨੀ ਦੇ ਵਿੱਚ ਹੁੰਦਾ ਵੀ ਕੋਈ ਪਰਸਨ ਆਵੇ ਚਾਹੇ ਜਾਵੇ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜਦੋਂ ਪ੍ਰੋਪਰਾਈਟਰਸ਼ਿਪ ਦੀ ਗੱਲ ਹੋਊਗੀ ਤਾਂ ਅਗਰ ਪਰਸਨ ਨਹੀਂ ਹੈ ਤਾਂ ਕੰਪਨੀ ਉਹ ਵਾਲੀ ਫਰਮ ਬੰਦ ਵੀ ਹੋ ਜਾਂਦੀ ਹੈ। ਇਹਦੇ ਵਿੱਚ ਜਿਹੜਾ ਓਨਰ ਹੋਊਗਾ ਉਹਦੀ ਲਾਇਬਿਲਿਟੀ ਜੋ ਹੈ ਹਮੇਸ਼ਾ ਅਨਲਿਮਿਟਿਡ ਹੁੰਦੀ ਹੈ, ਜਿੱਥੇ ਵੀ ਪੈਸੇ ਦੀ ਲੋੜ ਪਏਗੀ ਉਹਨਾਂ ਨੂੰ ਪੈਸੇ ਦੇਣੇ ਪੈਣੇ ਹੈਗੇ। ਲੈਕ ਆਫ ਕੰਟੀਨਿਊਟੀ ਹੁੰਦੀ ਹੈ, ਜਿਹੜਾ ਇਹ ਵਾਲਾ ਬਿਜ਼ਨਸ ਹੁੰਦਾ ਨਾ ਇਹਦੇ ਵਿੱਚ ਲਗਾਤਾਰ ਚੱਲਦਾ ਰਹੂਗਾ ਇਹ ਅਸੀਂ ਕਹਿ ਨਹੀਂ ਸਕਦੇ। ਮੰਨ ਲਓ ਪਰਸਨ ਇਨਸੋਲਵੈਂਟ ਹੋ ਗਿਆ ਜਾਂ ਉਹਦੇ ਪਰਸਨ ਦੀ ਡੈਥ ਹੋ ਗਈ ਜਾਂ ਕਿਸੇ ਵਜ੍ਹਾ ਨਾਲ ਮੀਨਸ ਉਹਨੂੰ ਜਿਵੇਂ ਅਸੀਂ ਕਹਿ ਸਕਦੇ ਹਾਂ ਕੋਈ ਡਿਸੇਬਿਲਿਟੀਜ਼ ਹੋ ਗਈਆਂ ਵੀ ਉਹ ਬਿਜ਼ਨਸ ਨਹੀਂ ਚਲਾ ਸਕਦਾ ਹੈਗਾ, ਤਾਂ ਇਹ ਫਿਰ ਬਿਜ਼ਨਸ ਉਦੋਂ ਕਲੋਜ਼ ਹੋ ਜਾਂਦੇ ਹੈਗੇ। ਇਦਾਂ ਦਾ ਬਿਜ਼ਨਸ ਫਿਰ ਅੱਗੇ ਨਹੀਂ ਚੱਲਦੇ ਹੈਗੇ। ਫਿਰ ਗੱਲ ਕਰਦੇ ਹਾਂ ਕੰਪਿਊਟੇਸ਼ਨ ਆਫ ਟੈਕਸ ਲਾਇਬਿਲਿਟੀ ਆਫ ਪ੍ਰੋਪਰਾਈਟਰਸ਼ਿਪ। ਪ੍ਰੋਪਰਾਈਟਰਸ਼ਿਪ ਦੇ ਵਿੱਚ ਕਹਿੰਦਾ ਜਦੋਂ ਵੀ ਤੁਸੀਂ ਇਨਕਮ ਟੈਕਸ ਰਿਟਰਨ ਭਰਨੀ ਹੈ, ਜਿਹੜਾ ਬਿਜ਼ਨਸ ਤੋਂ ਤੁਹਾਡਾ ਟੋਟਲ ਇਨਕਮ ਤੁਹਾਨੂੰ ਪ੍ਰੋਫਿਟ ਹੋਇਆ ਹੋਊਗਾ ਇੱਕ ਤਾਂ ਉਹ ਹੋ ਗਿਆ, ਪਲੱਸ ਉਸ ਤੋਂ ਇਲਾਵਾ ਅਗਰ ਮੰਨ ਲਓ ਜਿਹੜਾ ਪਰਸਨ ਇੰਡੀਵਿਜੂਅਲ ਹੈ ਕਿਉਂਕਿ ਉਹਨੂੰ ਆਪਣੀ ਟੈਕਸ ਰਿਟਰਨ ਜੋ ਹੈ ਇਕੱਠੀ ਹੀ ਭਰਨੀ ਪੈਂਦੀ ਹੈ, ਕਿਉਂਕਿ ਸਿੰਗਲ ਪਰਸਨ ਹੀ ਬਿਜ਼ਨਸ ਚਲਾ ਰਿਹਾ ਹੁੰਦਾ ਹੈ। ਉਹਨੂੰ ਆਪਣੇ ਹਾਊਸ ਪ੍ਰਾਪਰਟੀ ਤੋਂ ਕਿੰਨੀ ਇਨਕਮ ਹੋਈ, ਕੈਪੀਟਲ ਗੋਨ ਤੋਂ ਕਿੰਨੀ ਇਨਕਮ ਹੋਈ, ਉਸ ਤੋਂ ਇਲਾਵਾ ਜਾਂ ਫਿਰ ਅਦਰ ਇਨਕਮਸ ਜਿੰਨੀਆਂ ਵੀ ਉਹਨੂੰ ਇਨਕਮਸ ਹੋਈਆਂ ਉਹ ਸਾਰੀਆਂ ਇਨਕਮਸ ਕੰਬਾਈਨ ਕਰਕੇ ਅਸੀਂ ਟੋਟਲ ਉਹਦਾ ਟੈਕਸ ਪੇ ਕਰਦੇ ਹਾਂ। ਇਹਦੀਆਂ ਜਿਹੜੀਆਂ ਸਲੈਬ ਹੁੰਦੀਆਂ ਨੇ ਜੋ ਨਾਰਮਲ ਇੰਡੀਵਿਜੂਅਲ ਪਰਸਨ ਲਈ ਹੁੰਦੀਆਂ ਨੇ, ਜੋ ਅਸੀਂ ਸਲੈਬ ਪਹਿਲਾਂ ਲਿਖ ਵੀ ਚੁੱਕੇ ਹਾਂ 0 ਤੋਂ 2.5, 5 ਤੱਕ, 2.5 ਤੋਂ 5, 10 ਤੱਕ ਅਸੀਂ ਰੇਟ ਲਿਖੇ ਹੈਗੇ ਸੀਗੇ, ਉਹੀ ਰੇਟ ਸਾਰੇ ਤੁਹਾਡੇ ਅੱਗੇ ਚੱਲਣੇ ਹੈਗੇ ਨੇ ਜੋ ਕਰੰਟ ਦੇ ਵਿੱਚ ਚੱਲਦੇ ਹਨ। ਮੰਨ ਲਈ ਪ੍ਰੋਪਰਾਈਟਰਸ਼ਿਪ ਦੇ ਵਿੱਚ ਜੋ ਇੰਡੀਵਿਜੂਅਲ ਕੇਸ ਦੇ ਵਿੱਚ ਕੇਸ ਟੈਕਸ ਸਲੈਬ ਰੇਟ ਚੱਲਦੇ ਨੇ ਉਹੀ ਸਲੈਬ ਰੇਟ ਇਹਦੇ ਵਿੱਚ ਵੀ ਚੱਲਦੇ ਨੇ। ਇਹਦੇ ਲਈ ਕੋਈ ਨਹੀਂ ਹੁੰਦਾ ਵੀ ਇੰਨੇ % ਫਿਕਸ ਉਹਨਾਂ ਨੂੰ ਪੇ ਕਰਨਾ ਪੈਣਾ ਹੈਗਾ, ਠੀਕ ਹੈ। ਫਿਰ ਤੁਹਾਨੂੰ ਨੈਕਸਟ ਦੱਸ ਰਹੇ ਨੇ ਐਡਵਾਂਟੇਜ ਕੀ ਹੈ ਔਰ ਡਿਸਐਡਵਾਂਟੇਜ ਕੀ ਹੈ ਪ੍ਰੋਪਰਾਈਟਰਸ਼ਿਪ ਦੀ। ਸਭ ਤੋਂ ਪਹਿਲਾਂ ਐਡਵਾਂਟੇਜ ਗੱਲ ਕਰਦੇ ਹਾਂ, ਓਨਰ ਪੂਰੇ ਦਾ ਪੂਰਾ ਕੰਟਰੋਲ ਕਰਦਾ ਬਿਜ਼ਨਸ ਦੇ ਉੱਪਰ, ਇਹ ਐਡਵਾਂਟੇਜ ਹੈ। ਇਨਕਮ ਜਿੰਨੀ ਵੀ ਜਨਰੇਟ ਹੋਊਗੀ ਉਹ ਸਾਰੀ ਦੀ ਸਾਰੀ ਓਨਰ ਕੋਲ ਜਾਂਦੀ ਹੈ, ਇਹ ਵੀ ਇਹਦੀ ਫਾਇਦਾ ਹੈ। ਪ੍ਰੋਫਿਟ ਹਮੇਸ਼ਾ ਕਹਿੰਦਾ ਪ੍ਰੋਪਰਾਈਟਰ ਕੋਲ ਨਹੀਂ ਜਾਂਦਾ ਹੈ, ਇਹ ਵੀ ਇਹਦਾ ਇੱਕ ਐਡਵਾਂਟੇਜ ਹੈ। ਬਿਜ਼ਨਸ ਕਦੀ ਵੀ ਈਜ਼ੀਲੀ ਬਿਜ਼ਨਸ ਚਲਾਇਆ ਵੀ ਜਾ ਸਕਦਾ ਹੈ, ਈਜ਼ੀਲੀ ਬਿਜ਼ਨਸ ਬੰਦ ਵੀ ਕਰਿਆ ਜਾ ਸਕਦਾ ਹੈ, ਇਹ ਵੀ ਇਹਦਾ ਫਾਇਦਾ ਹੈ। ਉਸ ਤੋਂ ਬਾਅਦ ਹੈਗਾ ਡਿਸਐਡਵਾਂਟੇਜ। ਡਿਸਐਡਵਾਂਟੇਜ ਦੇ ਵਿੱਚ ਮੈਨੂੰ ਕਹਿੰਦਾ ਜਦੋਂ ਇਹਦੇ ਵਿੱਚ ਤਾਂ ਕੈਪੀਟਲ ਦੀ ਲੋੜ ਪੈ ਗਈ ਬਿਜ਼ਨਸ ਦੀ ਤਾਂ ਓਨਰ ਨੂੰ ਕਈ ਵਾਰ ਪੈਸੇ ਨਾ ਹੋਏ ਤਾਂ ਗੜਬੜ ਹੋ ਜਾਂਦੀ, ਬਿਜ਼ਨਸ ਬੰਦ ਹੋ ਜਾਂਦਾ। ਅਸੀਂ ਡਿਸਐਡਵਾਂਟੇਜ ਵਿੱਚ ਲੈ ਸਕਦੇ ਹਾਂ। ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਅਨਲਿਮਿਟਿਡ ਲਾਇਬਿਲਿਟੀ ਹੁੰਦੀ ਹੈ, ਜਿੰਨੇ ਵੀ ਟੈਕਸ ਹੋਣਗੇ, ਜਿੰਨੀਆਂ ਵੀ ਲੀਗਲ ਐਡਜਸਟਮੈਂਟਸ ਹੋਣਗੀਆਂ ਸਾਰੀਆਂ ਕਿਹਨੂੰ ਕਰਨੀਆਂ ਪੈਂਦੀਆਂ ਨੇ, ਓਨਰ ਨੂੰ। ਮੰਨ ਲਓ ਕਿਤੇ ਕੋਈ ਲਾਸ ਵੀ ਹੋਇਆ ਤਾਂ ਸਾਰਾ ਦਾ ਸਾਰਾ ਸਫਰ ਓਨਰ ਨੂੰ ਕਰਨਾ ਪੈਂਦਾ, ਇਹ ਵੀ ਡਿਸਐਡਵਾਂਟੇਜ ਹੈ।
ਬਿਜ਼ਨਸ ਮੇ ਨਾਟ ਬੀ ਏਬਲ ਟੂ ਅਟਰੈਕਟ ਹਾਈ ਕੈਲੋਰੀ EMPLOYEES। ਇਹ ਇਦਾਂ ਦੇ ਬਿਜ਼ਨਸ ਕਹਿੰਦਾ ਤੁਸੀਂ ਕਹੋ ਬਹੁਤ ਜ਼ਿਆਦਾ ਅਸੀਂ EMPLOYEE ਰੱਖਣੇ ਨੇ, ਕਦੀ ਨਹੀਂ ਹੋ ਸਕਦਾ ਹੈਗਾ। ਘੱਟ ਹੀ EMPLOYEES ਹੁੰਦੇ ਨੇ ਔਰ ਬਿਜ਼ਨਸ ਵੀ ਘੱਟ ਹੀ ਹੁੰਦੇ ਹੈਗੇ ਨੇ। ਇਹਦੇ ਵਿੱਚ ਕਹਿੰਦਾ ਮੇਨ ਜਿਹੜੇ ਗੋਲ ਹੁੰਦੇ ਨੇ ਉਹ ਸਿਰਫ ਓਨਰਸ਼ਿਪ ਦੇ ਹੀ ਹੁੰਦੇ ਨੇ, ਉਹੀ ਆਪਣੇ ਗੋਲ ਲੈ ਕੇ ਉਹਨੂੰ ਹੀ ਕੰਪਲੀਟ ਕਰਦੇ ਨੇ। Some employee benefits such as owner life, disability, medical insurance premiums may not deductible। ਇਦਾਂ ਦੀ ਫਰਮ ਦੇ ਵਿੱਚ ਨਾ ਤਾਂ ਕੋਈ ਕਹਿੰਦਾ ਤੁਹਾਨੂੰ ਮੈਡੀਕਲ ਇੰਸ਼ੋਰੈਂਸ ਮਿਲਦੀ ਹੈ, ਨਾ ਕੋਈ ਡਿਸੇਬਿਲਿਟੀ ਕਲੇਮ ਮਿਲਦੇ ਨੇ, ਕੁਝ ਨਹੀਂ ਹੁੰਦਾ ਹੈਗਾ, ਕਿਉਂਕਿ ਸਿੰਪਲ ਓਨਰਸ਼ਿਪ ਦਾ ਬਿਜ਼ਨਸ ਹੁੰਦਾ ਹੈ, ਓਨਰ ਤੱਕ ਹੀ ਸਾਰਾ ਕੁਝ ਡੀਲ ਕਰ ਜਾਂਦਾ ਹੈਗਾ। ਐਂਟੀਟੀ ਹੈਜ਼ ਅ ਲਿਮਿਟਡ ਲਾਈਫ। ਜਿਹੜਾ ਪਰਸਨ ਕਹਿੰਦਾ ਬਿਜ਼ਨਸ ਸਟਾਰਟ ਕਰੂਗਾ ਉਹਦੀ ਲਿਮਿਟਡ ਲਾਈਫ ਹੁੰਦੀ ਹੈ, ਅਸੀਂ ਕਿ ਇਹ ਵੀ ਲਗਾਤਾਰ ਜ਼ਿੰਦਾ ਰਹੂਗਾ, ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਉਹਦੀ ਡੈਥ ਜ਼ਰੂਰ ਹੋਣੀ, ਤਾਂ ਬਿਜ਼ਨਸ ਉੱਤੇ ਡਿਸੋਲਵ ਹੋ ਜਾਂਦਾ ਹੈਗਾ। ਇਹ ਵੀ ਇਹਦੀ ਡਿਸਐਡਵਾਂਟੇਜ ਹੈ। ਫਿਰ ਹੈਗਾ ਪਾਰਟਨਰਸ਼ਿਪ, ਟੈਕਸ ਪਲੈਨਿੰਗ ਫॉर ਪਾਰਟਨਰਸ਼ਿਪ। ਪਾਰਟਨਰਸ਼ਿਪ ਦੇ ਟੈਕਸ ਪਲੈਨਿੰਗ ਸਭ ਤੋਂ ਪਹਿਲਾਂ ਪਾਰਟਨਰਸ਼ਿਪ ਦੀ ਗੱਲ ਕਰਦੇ ਹਾਂ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਪਰਸਨ ਮਿਲ ਕੇ ਬਿਜ਼ਨਸ ਸਟਾਰਟ ਕਰਦੇ ਹੈਗੇ ਨੇ। ਉਹਦੇ ਵਿੱਚ ਵੀ ਉਹ ਇੱਕ ਰਿਟਨ ਐਗਰੀਮੈਂਟ ਦੇ ਉੱਪਰ ਸਾਈਨ ਕਰਕੇ ਬਿਜ਼ਨਸ ਸਟਾਰਟ ਕਰਦੇ ਹੈਗੇ ਨੇ, ਜਿਹਨੂੰ ਅਸੀਂ ਕੀ ਕਹਿੰਦੇ ਹੈਗੇ ਆ, ਪਾਰਟਨਰਸ਼ਿਪ ਡੀਡ। ਪਾਰਟਨਰਸ਼ਿਪ ਡੀਡ ਹਮੇਸ਼ਾ ਲਿਖੀ ਜਾਂਦੀ ਹੈ। ਉਹਦੇ ਵਿੱਚ ਓਨਰ ਆਪਾਂ ਪਹਿਲਾਂ ਤੋਂ ਡਿਸਾਈਡ ਕਰ ਲਾਂਗੇ ਕਿੰਨੇ ਪਰਸੈਂਟ ਉਹਨਾਂ ਨੇ ਕੈਪੀਟਲ ਲਗਾਣੀ ਹੈ, ਪ੍ਰੋਫਿਟ ਆਊਗਾ ਕਿੰਨੇ ਪਰਸੈਂਟ ਸ਼ੇਅਰ ਕਰਨਗੇ, ਲੋਸ ਆਊਗਾ ਤਾਂ ਕਿਵੇਂ ਸ਼ੇਅਰ ਕਰਨਗੇ, ਕਿਹੜੇ ਪਾਰਟਨਰ ਦੇ ਕਿੰਨੀ ਲਾਇਬਿਲਿਟੀ ਹੈਗੀ, ਕਿਸ ਨੂੰ ਸੈਲਰੀ ਮਿਲਣੀਆਂ ਨੇ, ਇੰਟਰਸਟ ਮਿਲਣਗੇ, ਕਮਿਸ਼ਨ ਮਿਲਣਗੇ ਜਾਂ ਨਹੀਂ ਮਿਲਣਗੇ, ਸਭ ਕੁਝ ਪਹਿਲਾਂ ਤੋਂ ਹੀ ਡਿਸਾਈਡ ਹੋ ਜਾਂਦਾ ਹੈ ਪਾਰਟਨਰਸ਼ਿਪ ਦੇ ਵਿੱਚ। ਪਾਰਟਨਰਸ਼ਿਪ ਦੇ ਵਿੱਚ ਕਹਿੰਦਾ ਜ਼ਰੂਰੀ ਹੈਗਾ ਕਿ ਹਮੇਸ਼ਾ ਇੱਕ ਰਿਟਨ ਐਗਰੀਮੈਂਟ ਹੋਣਾ ਚਾਹੀਦਾ ਹੈਗਾ। ਮੇਨ ਆਬਜੈਕਟ ਜਿਹੜਾ ਬਿਜ਼ਨਸ ਦਾ ਹੋਣਾ ਚਾਹੀਦਾ ਹੈਗਾ ਪਾਰਟਨਰਸ਼ਿਪ ਜਦੋਂ ਵੀ ਹੋਊਗੀ। ਤੁਸੀਂ ਕੋਈ ਹੋਰ ਕੇਸ ਲਈ ਕੋਈ ਪਾਰਟਨਰਸ਼ਿਪ ਨਹੀਂ ਕਰ ਸਕਦੇ, ਸਿਰਫ ਪਾਰਟਨਰਸ਼ਿਪ ਬਿਜ਼ਨਸ ਉਦੋਂ ਹੋਊਗਾ ਜਦੋਂ ਤੁਸੀਂ ਕੁਝ ਨਾ ਕੁਝ ਬਿਜ਼ਨਸ ਕਰ ਰਹੇ ਹੈਗੇ ਹੋ। ਇਹਦੇ ਵਿੱਚ ਪਾਰਟਨਰਸ ਜਿਹੜੇ ਹੋਣਗੇ ਬਿਜ਼ਨਸ ਦੇ ਵਿੱਚ ਸਾਰੀ ਐਕਟੀਵਿਟੀਜ਼ ਪਾਰਟਨਰਸ ਹੀ ਡੀਲ ਕਰਦੇ ਹੈਗੇ ਨੇ। ਉਹ ਸਟਾਰਟਿੰਗ ਤੋਂ ਹੀ ਡਿਸਾਈਡ ਕਰ ਲੈਂਦੇ ਨੇ ਵੀ ਕਿਹੜੇ ਬੰਦੇ ਦੀ ਕੀ ਜ਼ਿੰਮੇਵਾਰੀ ਹੋਏਗੀ। ਪੋਜੀਸ਼ਨ ਆਫ ਫਰਮ ਅੰਡਰ ਦ ਇਨਕਮ ਟੈਕਸ ਐਕਟ। ਜਦੋਂ ਵੀ ਕਹਿੰਦਾ ਅਸੀਂ ਪਾਰਟਨਰਸ਼ਿਪ ਫਰਮ ਦੀ ਗੱਲ ਕਰਦੇ ਹਾਂ, ਇਨਕਮ ਟੈਕਸ ਦੇ ਅੰਡਰ ਪਾਰਟਨਰਸ਼ਿਪ ਦਾ ਕੀ ਹੈ, ਇੱਕ ਸੈਪਰੇਟ ਟੈਕਸ ਐਂਟੀਟੀ ਹੈ। ਕੋਈ ਇੰਡੀਵਿਜੂਅਲ ਕੇਸ ਦੇ ਉੱਪਰ ਨਹੀਂ ਚੱਲਦਾ ਹੈਗਾ ਪਾਰਟਨਰਸ਼ਿਪ ਫਰਮ ਦਾ, ਵੀ ਜਿਵੇਂ ਇੰਡੀਵਿਜੂਅਲ ਕੇਸ ਦੇ ਸਲੈਬ ਸੀਗੀਆਂ ਉਦਾਂ ਨਹੀਂ ਹੈਗੀਆਂ। ਪਾਰਟਨਰਸ਼ਿਪ ਫਰਮ ਦੇ ਲਈ ਉਹਨਾਂ ਨੇ ਅਲੱਗ ਤੋਂ ਹੀ ਰੇਟ ਸੈੱਟ ਕਰੇ ਹੋਏ ਨੇ। ਜਦੋਂ ਵੀ ਕਹਿੰਦਾ ਅਸੀਂ ਇਹਨਾਂ ਦੀ ਇਨਕਮ ਕਾਇੰਡ ਕਰਨ ਜਾਂਦੇ ਹੈਗੇ ਆ, ਬਿਜ਼ਨਸ ਐਂਡ ਪ੍ਰੋਫੈਸ਼ਨ ਤੋਂ ਜਿੰਨੀ ਵੀ ਇਨਕਮ ਹੋਈ ਹੁੰਦੀ ਹੈ ਉਹਦੇ ਉੱਪਰ ਹੀ ਟੈਕਸ ਲੱਗਦਾ ਹੈਗਾ ਸਿਰਫ। ਇਸ ਤੋਂ ਇਲਾਵਾ ਇਹ ਨਹੀਂ ਹੁੰਦਾ, ਕਿਉਂਕਿ ਜਿਹੜੀ ਪਾਰਟਨਰਸ਼ਿਪ ਫਰਮ ਹੈ ਪਾਰਟਨਰਸ਼ਿਪ ਨੂੰ ਆਪਣੀ ਇਨਕਮ ਟੈਕਸ ਰਿਟਰਨ ਕਰਨੀ ਪਏਗੀ, ਪਲੱਸ ਉਹਨਾਂ ਦਾ ਆਪਣਾ ਜਿਵੇਂ ਪੈਨ ਕਾਰਡ ਬਣਦਾ ਹੈਗਾ, ਹਰੇਕ ਬਿਜ਼ਨਸ ਦਾ ਅਲੱਗ ਤੋਂ ਬਣਦਾ ਹੈਗਾ, ਪਾਰਟਨਰਸ਼ਿਪ ਫਰਮ ਦਾ ਵੀ ਜ਼ਰੂਰ ਬਣਦਾ ਹੈ। ਤਾਂ ਉਹਨਾਂ ਜਿੰਨੀ ਵੀ ਬਿਜ਼ਨਸ ਐਂਡ ਪ੍ਰੋਫੈਸ਼ਨ ਤੋਂ ਇਨਕਮ ਹੋਊਗੀ ਉਹਦੇ ਉੱਪਰ ਹੀ ਟੈਕਸ ਲੱਗਿਆ ਜਾਂਦਾ ਹੈ। ਜਿਹੜਾ ਵੀ ਪ੍ਰੋਫਿਟ ਆਇਆ ਹੁੰਦਾ ਹੈਗਾ ਉਹ ਪਾਰਟਨਰਸ ਆਪਸ ਦੇ ਵਿੱਚ ਸ਼ੇਅਰ ਕਰ ਲੈਂਦੇ ਹੈਗੇ। ਇਦਾਂ ਦੀ ਜਿਹੜੀ ਫਰਮ ਹੋਊਗੀ ਹਮੇਸ਼ਾ ਕਹਿੰਦਾ ਆਪਣਾ ਇੰਸਟਰੂਮੈਂਟ ਦਾ ਮਤਲਬ ਹੁੰਦਾ ਹੈ ਪਾਰਟਨਰਸ਼ਿਪ ਡੀਡ, ਉਹਦੇ ਨਾਲ ਹੀ ਜਾਣੀ ਜਾਂਦੀ ਹੈਗੀ ਹੈ। ਇਹਦੇ ਵਿੱਚ ਹਰੇਕ ਪਰਸਨ ਦੇ ਪਾਰਟਨਰਸ, ਇਹ ਤਾਂ ਵੀ ਪੁਆਇੰਟਸ ਮੈਂ ਪਹਿਲਾਂ ਵੀ ਕਲੀਅਰ ਕਰ ਲਏ, ਹਰੇਕ ਪਾਰਟਨਰ ਦੇ ਜੋ ਵੀ ਸ਼ੇਅਰਸ ਹੋਣਗੇ ਜਾਂ ਮੀਨਸ ਜਿੰਨਾ ਵੀ ਉਹਨਾਂ ਨੇ ਪੈਸਾ ਕੰਪਨੀ ਲਗਾਇਆ ਹੁੰਦਾ ਉਹ ਡੀਡ ਦੇ ਵਿੱਚ ਪਹਿਲਾਂ ਲਿਖਿਆ ਜਾਂਦਾ ਹੈਗਾ। ਕਿੰਨੀ ਉਹਨਾਂ ਨੂੰ ਪ੍ਰੋਫਿਟ ਆਏਗੀ ਮੀਨਸ ਇਨਕਮ ਫਰਮ ਰਿਟਰਨ, ਜਿੰਨਾ ਉਹਨਾਂ ਨੇ ਪੈਸਾ ਲਗਾਇਆ ਉਹ ਕਿਸ ਬੇਸ ਨਾਲ ਮਿਲਣਾ ਹੈਗਾ, ਪਲੱਸ ਉਹਨਾਂ ਨੂੰ ਕਿੰਨਾ ਇੰਟਰਸਟ ਮਿਲਦਾ ਚਲਾ ਜਾਊਗਾ ਹਰ ਸਾਲ। ਇਹ ਵੀ ਇਦਾਂ ਨਹੀਂ ਹੁੰਦਾ ਕਿ ਪਾਰਟਨਰਸ਼ਿਪ ਦੇ ਜਿਹੜੇ ਪਰਸਨ ਨਾਲ ਕਰਨਾ ਅਸੀਂ ਸੈਲਰੀ ਪਾਣੀ ਹੈ, ਉਹ ਡੀਡ ਦੇ ਵਿੱਚ ਅਗਰ ਲਿਖਿਆ ਹੋਊਗਾ ਤਾਂ ਉਹਨਾਂ ਨੂੰ ਸੈਲਰੀ ਮਿਲਦੀ, ਅਦਰਵਾਈਜ਼ ਸੈਲਰੀ ਵਗੈਰਾ ਕੁਝ ਨਹੀਂ ਹੁੰਦੀ ਹੈਗੀ। ਜੋ ਕੁਝ ਵੀ ਪਹਿਲਾਂ ਹੀ ਪਾਰਟਨਰਸ਼ਿਪ ਡੀਡ ਦੇ ਵਿੱਚ ਲਿਖ ਲਿਆ ਜਾਊਗਾ ਉਹ ਸਾਰੀਆਂ ਚੀਜ਼ਾਂ ਹੀ ਪਾਰਟਨਰਸ਼ਿਪ ਦੇ ਵਿੱਚ ਚੱਲਦੀਆਂ ਹੈਗੀਆਂ ਨੇ। ਇਨਕਮ ਟੈਕਸ ਰੇਟ ਫॉर ਪਾਰਟਨਰਸ਼ਿਪ ਫਰਮ। ਜਿੰਨੀਆਂ ਵੀ ਪਾਰਟਨਰਸ਼ਿਪ ਫਰਮਸ ਨੇ ਫਿਕਸ ਰੇਟ ਚੱਲ ਰਿਹਾ ਹੈਗਾ 30%। ਜਿੰਨਾ ਵੀ ਉਹਨਾਂ ਨੂੰ ਪ੍ਰੋਫਿਟ ਆਊਗਾ ਉਹਦਾ 30% ਉਹ ਟੈਕਸ ਪੇ ਕਰਨਗੇ, ਪਲੱਸ 3% ਜਿਹੜਾ ਐਜੂਕੇਸ਼ਨ ਪਲੱਸ ਹਾਇਰ ਐਜੂਕੇਸ਼ਨ ਸੈਸ ਹੁੰਦਾ ਉਹ ਟੈਕਸ ਦੇ ਉੱਪਰ ਜਿੰਨੀ ਅਮਾਉਂਟ ਬਣਦੀ ਉਹਦਾ ਹੁੰਦਾ ਹੈ। ਮਤਲਬ ਟੋਟਲ ਪ੍ਰੋਫਿਟ ਦਾ ਜਿਵੇਂ ਮੰਨ ਲਓ 1 ਲੱਖ ਪ੍ਰੋਫਿਟ ਆ, ਉਹਦਾ 30% ਕਿੰਨਾ ਹੋ ਗਿਆ 30,000 ਰੁਪਏ, ਪਲੱਸ 30,000 ਦਾ 3% ਅੱਗੇ ਨਾਲ ਲਿਆ ਜਾਂਦਾ, ਉਹ ਐਜੂਕੇਸ਼ਨ ਸੈਸ ਜਾਂ ਹਾਇਰ ਐਜੂਕੇਸ਼ਨ ਸੈਸ ਹੁੰਦਾ ਉਹ ਨਾਲ ਜ਼ਰੂਰ ਲਿਆ ਜਾਂਦਾ ਹੈਗਾ, ਉਹਦੇ ਉੱਪਰ ਲੱਗੇਗਾ। ਫਿਰ ਹੈਗਾ ਪਾਰਟਨਰਸ਼ਿਪ ਦੇ ਫਾਇਦੇ ਔਰ ਨੁਕਸਾਨ। ਸਭ ਤੋਂ ਪਹਿਲਾਂ ਪਾਰਟਨਰਸ਼ਿਪ ਦੇ ਐਡਵਾਂਟੇਜ ਦੀ ਗੱਲ ਕਰਦੇ ਹਾਂ। ਐਡਵਾਂਟੇਜ ਦੇ ਵਿੱਚ ਕੀ ਹੈ, ਇਹਦੇ ਵਿੱਚ ਕਹਿੰਦਾ ਪਾਰਟਨਰਸ਼ਿਪ ਕਹਿੰਦਾ ਈਜ਼ੀਲੀ ਬਿਜ਼ਨਸ ਨਾਲ ਐਸਟੈਬਲਿਸ਼ ਹੋ ਜਾਂਦੀ ਹੈ। ਅਸੀਂ ਇੱਕ ਡੀਡ ਲਿਖਣੀ ਹੁੰਦੀ ਹੈ, ਉਹਦੇ ਨਾਲ ਪਾਰਟਨਰਸ਼ਿਪ ਸਾਡੀ ਸਟਾਰਟ ਹੋ ਜਾਊਗੀ। ਪਾਰਟਨਰਸ਼ਿਪ ਦੇ ਵਿੱਚ ਕਹਿੰਦਾ ਇਹ ਜ਼ਰੂਰ ਇੱਕ ਤੋਂ ਜ਼ਿਆਦਾ ਓਨਰ ਹੋ ਜਾਂਦੇ ਨੇ। ਇਹਦਾ ਇੱਕ ਫਾਇਦਾ ਹੁੰਦਾ ਵੀ ਹਰੇਕ ਪਰਸਨ ਮਿਲ ਕੇ ਪੈਸਾ ਲਗਾ ਕੇ ਬਿਜ਼ਨਸ ਈਜ਼ੀਲੀ ਬਿਜ਼ਨਸ ਸਟਾਰਟ ਕਰ ਲੈਂਦਾ ਹੈ, ਕਿਉਂਕਿ ਪ੍ਰੋਪਰਾਈਟਰਸ਼ਿਪ ਦੇ ਵਿੱਚ ਸਿੰਗਲ ਪਰਸਨ ਨੂੰ ਸਾਰਾ ਕੁਝ ਕਰਨਾ ਪੈਂਦਾ ਹੈ, ਪਾਰਟਨਰਸ਼ਿਪ ਦੇ ਵਿੱਚ ਸਾਡੇ ਕੋਲ ਪਰਸਨਸ ਜ਼ਿਆਦਾ ਹੋ ਜਾਂਦੇ ਨੇ। ਪ੍ਰੋਫਿਟ ਵੀ ਕਹਿੰਦਾ ਹਮੇਸ਼ਾ ਡਾਇਰੈਕਟ ਪਾਰਟਨਰ ਨੂੰ ਕੱਲ ਨਹੀਂ ਫਲੋ ਕਰਦਾ ਹੈ, ਜਿੰਨਾ ਬਿਜ਼ਨਸ ਤੋਂ ਪੈਸਾ ਆਊਗਾ ਉਹ ਸਾਰੇ ਪਾਰਟਨਰ ਕੋਲ ਚਲਾ ਜਾਊਗਾ। Employee may be attracted to the business if given the incentive to become a partner। Employee ਕਹਿੰਦਾ ਤਾਂ ਬਿਜ਼ਨਸ ਨੇ ਜੋ ਚਾਹੁੰਦੇ ਨੇ, ਕਿਉਂਕਿ ਪਾਰਟਨਰਸ ਜੋ ਹੈ ਇਨਸੈਂਟਿਵਸ ਵਗੈਰਾ ਪੇ ਕਰਕੇ, ਇਦਾਂ ਦੇ ਬਿਜ਼ਨਸ ਜ਼ਿਆਦਾਤਰ ਇਨਸੈਂਟਿਵ ਸਿਸਟਮ ਨਾਲ ਜ਼ਿਆਦਾ ਚੱਲਦੇ ਹੁੰਦੇ ਨੇ।
ਬਿਜ਼ਨਸ ਯੂਜੂਅਲੀ ਵਿਲ ਬੀ ਬੈਨੀਫਿਟ ਫॉर द ਪਾਰਟਨਰਸ ਹੂ ਹੈਵ ਕੰਪਲੀਮੈਂਟਰੀ ਸਕਿੱਲਸ। ਇਹ ਉਹਨਾਂ ਪਾਰਟਨਰ ਲਈ ਕਹਿੰਦਾ ਬਿਜ਼ਨਸ ਫਾਇਦੇਮੰਦ ਹੁੰਦਾ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਸਕਿੱਲਸ ਹੁੰਦੀਆਂ ਨੇ। ਕੰਪਲੀਮੈਂਟ ਮੀਨਸ ਉਹਨਾਂ ਕੋਲ ਕੁਝ ਕਰਨ ਲਈ ਪਤਾ ਹੁੰਦਾ ਵੀ ਉਹਨਾਂ ਨੇ ਕੰਮ ਸਿੱਖਿਆ ਹੁੰਦਾ ਤਾਂ ਮਿਲ ਕੇ ਬਿਜ਼ਨਸ ਸਟਾਰਟ ਕਰ ਲੈਂਦੇ ਨੇ। ਕੁਝ ਉਹਦੇ ਡਿਸਐਡਵਾਂਟੇਜ, ਪਾਰਟਨਰਸ ਆਰ ਜੁਆਇੰਟਲੀ ਇੰਡੀਵਿਜੂਅਲੀ ਲਾਇਬਲ ਫॉर ਐਕਸ਼ਨ ਫॉर ਅਦਰ ਪਾਰਟਨਰ। ਪਾਰਟਨਰਸ ਕਹਿੰਦਾ ਜਿਵੇਂ ਮਰਜ਼ੀ ਕੰਪਨੀ ਦੇ ਵਿੱਚ ਆਏ ਹੋਣ, ਸਿੰਗਲ ਪਰਸਨ ਨਾਲ ਆਏ ਹੋਣ, ਜੁਆਇੰਟਲੀ ਮਿਲ ਕੇ ਆਏ ਹੋਣ, ਜਦੋਂ ਵੀ ਕਿਸੇ ਪ੍ਰਕਾਰ ਦਾ ਕੰਪਨੀ ਦੇ ਵਿੱਚ ਕੋਈ ਲਾਇਬਿਲਿਟੀ ਆਏਗੀ ਤਾਂ ਪਾਰਟਨਰਸ ਨੂੰ ਹੀ ਡੀਲ ਕਰਨੀ ਪੈਂਦੀ ਹੈਗੀ। ਪ੍ਰੋਫਿਟ ਮਸਟ ਬੀ ਸ਼ੇਅਰ ਵਿਦ ਅਦਰਸ। ਇਹਦੇ ਵੀ ਪ੍ਰੋਫਿਟ ਜੋ ਹੈ ਹਮੇਸ਼ਾ ਅਦਰਸ ਨਾਲ ਸ਼ੇਅਰ ਕਰਿਆ ਜਾਂਦਾ। ਮੰਨ ਲਓ ਕਿ ਇਹਦੇ ਚ ਹੁੰਦਾ ਪਾਰਟਨਰਸ਼ਿਪ ਦੇ ਵਿੱਚ ਕੁਝ ਪਾਰਟਨਰ ਸਲੀਪਿੰਗ ਪਾਰਟਨਰਸ ਹੁੰਦੇ, ਕੁਝ ਹੁੰਦੇ ਨੇ ਐਕਟਿਵ ਪਾਰਟਨਰ। ਐਕਟਿਵ ਹੁੰਦੇ ਨੇ ਜਿਹੜੇ ਬਿਜ਼ਨਸ ਡੇਲੀ ਆਉਂਦੇ ਨੇ, ਸਲੀਪਿੰਗ ਹੁੰਦੇ ਇਹਨਾਂ ਨੇ ਪੈਸਾ ਲਗਾਤਾ ਔਰ ਕੰਪਨੀ 'ਚ ਨਹੀਂ ਆਉਂਦੇ, ਲੇਕਿਨ ਜਦੋਂ ਵੀ ਪ੍ਰੋਫਿਟ ਆਊਗਾ ਸਾਰੇ ਪਾਰਟਨਰ ਦੇ ਸ਼ੇਅਰ ਹੁੰਦਾ ਹੈ। ਐਕਟਿਵ ਪਾਰਟਨਰ ਇਹ ਨਹੀਂ ਕਹਿ ਸਕਦੇ ਵੀ ਅਸੀਂ ਸ਼ੇਅਰ ਕਰਾਂਗੇ, ਉਹਨਾਂ ਦਾ ਪੈਸਾ ਲਗਾਇਆ ਸੀ ਉਹਨਾਂ ਕੋਲ ਕੱਟ ਦੇਵਾਂਗੇ। ਫਿਰ ਉਹਦੇ ਜੇ ਹੁਣ ਰੱਖ ਲੈ ਕੰਡੀਸ਼ਨ ਹੁੰਦੇ ਨੇ, ਐਕਟਿਵ ਵਾਲੇ ਹੁੰਦੇ ਵੀ ਅਸੀਂ ਸੈਲਰੀ ਲਵਾਂਗੇ, ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਉਹਦੇ ਵਿੱਚ। ਸਿੰਸ ਡਿਸੀਜਨਸ ਆਰ ਸ਼ੇਅਰਸ ਡਿਸਐਗਰੀਮੈਂਟ ਕਹਿ ਨਾ ਕਰੋ। ਜਿਹੜੇ ਵੀ ਡਿਸੀਜਨਸ ਨੇ ਬਿਜ਼ਨਸ ਦੇ ਵਿੱਚ ਉਹ ਸਾਰੇ ਪਾਰਟਨਰਸ ਹੀ ਲੈਂਦੇ ਨੇ। ਹੋ ਸਕਦਾ ਹੈ ਕੁਝ ਪਾਰਟਨਰਸ ਕਈ ਵਾਰ ਡਿਸਐਗਰੀਮੈਂਟ ਵੀ ਹੋ ਸਕਦਾ ਹੈ, ਮੀਨਸ ਕਈ ਲੋਕ ਸੰਤੁਸ਼ਟ ਨਹੀਂ ਹੁੰਦੇ ਕਿ ਜੋ ਨया ਡਿਸੀਜਨ ਬਿਜ਼ਨਸ ਲਈ ਲਿਆ ਜਾਂਦਾ ਹੈਗਾ। ਸਮ EMPLOYEE ਬੈਨੀਫਿਟ ਆਰ ਨੋਟ ਡਿਡਕਟੇਬਲ। ਇਹਦੇ ਵਿੱਚ ਵੀ ਕਹਿੰਦਾ ਸੇਮ EMPLOYEE ਦੇ ਜਿਹੜੇ ਬੈਨੀਫਿਟ ਹੁੰਦੇ ਨੇ ਉਹ ਡਿਡਕਸ਼ਨ ਨਹੀਂ ਹੁੰਦੇ ਹੈਗੇ। ਪਾਰਟਨਰਸ਼ਿਪ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਕਿ EMPLOYEE ਨੂੰ ਇੰਸ਼ੋਰੈਂਸ ਮਿਲ ਗਈ ਜਾਂ EMPLOYEE ਨੂੰ ਡਿਸੇਬਿਲਿਟੀ ਮਿਲ ਗਿਆ ਜਾਂ ਗ੍ਰੈਚੁਇਟੀ ਮਿਲ ਗਈ, ਬੋਨਸ ਮਿਲ ਗਈ। ਇਹ ਚੀਜ਼ਾਂ ਰੇਅਰ ਹੀ ਹੁੰਦੀਆਂ ਨੇ, ਵੀ ਨਹੀਂ ਮਿਲਦੀਆਂ। ਪਾਰਟਨਰਸ਼ਿਪ ਦੀ ਵੀ ਲਿਮਿਟਡ ਲਾਈਫ ਹੁੰਦੀ ਹੈ। ਜਦੋਂ ਦਾ ਕਈ ਵਾਰ ਕੋਈ ਬਿਜ਼ਨਸ ਸਟਾਰਟ ਹੁੰਦਾ ਪਹਿਲਾਂ ਤਾਂ ਜਦੋਂ ਲਿਖ ਲੈਂਦੇ ਨੇ ਪਾਰਟਨਰਸ਼ਿਪ ਵਿਲ ਤੇ ਵੀ, ਜਿਵੇਂ ਸਟਾਰਟ ਹੋ ਜਾਂਦੀ ਵੀ ਅਸੀਂ ਇੰਨੇ ਸਾਲ ਲਈ ਬਿਜ਼ਨਸ ਕਰਾਂਗੇ, ਜਾਂ ਫਿਰ ਕੋਈ ਪਰਸਨ ਦੀ ਡੈਥ ਹੋ ਗਈ, ਇਨਸੋਲਵੈਂਟ ਹੋ ਗਈ, ਜਾਂ ਕੋਈ ਪਾਰਟਨਰ ਰਿਟਾਇਰਡ ਹੋ ਗਿਆ, ਤਾਂ ਉਹ ਬਿਜ਼ਨਸ ਦੇ ਵਿੱਚ ਕੀ ਹੁੰਦਾ ਇੱਕ ਵਾਰੀ ਪਾਰਟਨਰਸ਼ਿਪ ਨੂੰ ਡਿਸੋਲਵ ਕਰਕੇ ਦੁਬਾਰਾ ਤੋਂ ਬਣਾਉਣੀ ਪੈਂਦੀ ਹੈ ਕਿ ਦੁਬਾਰਾ ਤੋਂ ਨਵੀਂ ਵਿਲ ਲਿਖੀ ਜਾਂਦੀ ਹੈ। ਫਿਰ ਹੈ ਟੈਕਸ ਪਲੈਨਿੰਗ ਫॉर ਕੰਪਨੀਜ਼। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੰਪਨੀਜ਼ ਕੀ ਹੁੰਦੀਆਂ ਨੇ, ਇਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ। ਇਹਨਾਂ ਦੇ ਫੀਚਰਸ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਇਹਨਾਂ ਦਾ ਆਪਣਾ ਲੀਗਲ ਆਫਿਸ ਹੋਣਾ ਚਾਹੀਦਾ ਹੈ, ਇਹਦੇ ਵਿੱਚ ਸ਼ੇਅਰ ਹੋਲਡਰਸ ਹੋਣਗੇ। ਕੋਈ ਫਿਕਸ ਨਹੀਂ ਹੈ ਵੀ ਤੁਸੀਂ ਕਿੰਨੇ ਮੈਂਬਰ ਕਰਨੇ ਹੈ। ਮਿਨੀਮਮ ਘੱਟੋ ਘੱਟ ਜੋ ਹੈ 7 ਚਾਹੀਦੇ ਹੁੰਦੇ ਨੇ, ਉਸ ਤੋਂ ਮੈਕਸਿਮਮ ਜਿੰਨੇ ਮਰਜ਼ੀ ਕਰ ਲਓ। ਹਰੇਕ ਸ਼ੇਅਰ ਹੋਲਡਰ ਪੈਸੇ ਲਗਾਊਗਾ, ਲਿਮਿਟਡ ਲਾਇਬਿਲਿਟੀ ਹੁੰਦੀ ਹੈ। ਕੰਪਨੀ ਦਾ ਆਪਣਾ ਹੀ ਨਾਮ ਹੁੰਦਾ, ਸੈਪਰੇਟ ਲੀਗਲ ਐਂਟੀਟੀ ਅਸੀਂ ਕਹਿ ਸਕਦੇ ਹਾਂ। ਮੀਨਸ ਕੰਪਨੀ ਕਿਸੇ ਦੇ ਪਰਸਨ ਦੇ ਨਾਮ ਨਾਲ ਨਹੀਂ ਜਾਣੀ ਜਾਂਦੀ, ਕੰਪਨੀ ਦਾ ਆਪਣਾ ਨਾਮ ਹੋਊਗਾ। ਜਿੱਥੇ ਵੀ ਗੱਲ ਹੋਏਗੀ ਕੰਪਨੀ ਦੇ ਨੇਮ ਨਾਲ ਹੋਏਗੀ। ਕੋਈ ਪਰਸਨ ਆ ਰਿਹਾ ਹੈ, ਕੋਈ ਪਰਸਨ ਜਾ ਰਿਹਾ ਹੈ, ਜਾਂ ਕਿਸੇ ਪਰਸਨ ਦੀ ਡੈਥ ਹੋ ਰਹੀ ਹੈ, ਰਿਟਾਇਰ ਹੋ ਰਿਹਾ ਹੈ, ਇਨਸੋਲਵੈਂਟ ਹੋ ਰਿਹਾ ਹੈ, ਕੰਪਨੀ ਕਦੇ ਵੀ ਇਫੈਕਟ ਨਹੀਂ ਹੁੰਦੀ ਹੈ, ਕਿਉਂਕਿ ਕੰਪਨੀ ਨੇ ਐਡਜਸਟਮੈਂਟ ਹੀ ਉਦਾਂ ਦੀ ਕੀਤੇ ਹੁੰਦੇ ਨੇ। ਇਹਦੇ ਵਿੱਚ ਜਿਹੜੇ ਡਿਸੀਜਨਸ ਹੁੰਦੇ ਨੇ ਹੈਡ ਆਫ ਡਿਪਾਰਟਮੈਂਟ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਇਕੁਇਟੀ ਸ਼ੇਅਰ ਹੋਲਡਰਸ ਹੁੰਦੇ ਨੇ ਉਹਨਾਂ ਕੋਲ ਰਾਈਟ ਹੁੰਦੇ ਨੇ। ਉਹੀ ਕੰਪਨੀ ਦੇ ਵਿੱਚ ਮੀਟਿੰਗਸ ਕਰਦੇ ਨੇ, ਮੀਟਿੰਗ ਕਰਕੇ ਰੈਜ਼ੋਲੂਸ਼ਨ ਪਾਸ ਕਰਦੇ ਨੇ। ਅਸੀਂ ਪਹਿਲਾਂ ਰੈਜ਼ੋਲੂਸ਼ਨ ਬਾਰੇ ਬਾਤ ਕੀਤੀ। ਰੈਜ਼ੋਲੂਸ਼ਨ ਇੱਕ ਤਰ੍ਹਾਂ ਦਾ ਇੱਕ ਡਿਸੀਜਨ ਹੀ ਹੁੰਦਾ ਜਾਂ ਫਿਰ ਇੱਕ ਏਜੰਡਾ ਹੁੰਦਾ ਜਿਹਨੂੰ ਪਾਸ ਕਰਿਆ ਜਾਂਦਾ ਹੈ ਵੋਟਿੰਗ ਰਾਹੀਂ ਜਾਂ ਫਿਰ ਪੋਲ ਬਣਾਈ ਕਰਿਆ ਜਾਂਦਾ ਹੈ। ਕੰਪਨੀ ਦੀ ਐਨੂਅਲ ਜਨਰਲ ਮੀਟਿੰਗ ਜਿਵੇਂ ਹਰ ਸਾਲ ਹੁੰਦੀ ਹੈ, ਉਹਦੇ ਵਿੱਚ ਅਗਰ ਲੋੜ ਪੈ ਗਈ ਐਮਰਜੈਂਸੀ ਬੇਸ ਤੇ ਤਾਂ ਐਕਸਟਰਾ ਆਰਡੀਨਰੀ ਜਾਂ ਫਿਰ ਕਲਾਸ ਮੀਟਿੰਗ ਵਗੈਰਾ ਕਰ ਲੈਂਦੇ ਨੇ, ਜਿੱਥੇ ਉਹਨਾਂ ਲੱਗਦਾ ਵੀ ਕੋਈ ਰੂਲ ਪਾਸ ਕਰਨਾ ਹੁੰਦਾ ਹੈ। ਕੰਪਨੀ ਦਾ ਬਿਜ਼ਨਸ ਜਦੋਂ ਵੀ ਐਕਸਪੈਂਡ ਹੋਣਾ ਹੋਵੇ, ਕੰਪਨੀ ਆਪਣੇ ਬਿਜ਼ਨਸ ਤਰੀਕੇ ਨਾਲ ਚੱਲਦੀ ਰਹਿੰਦੀ, ਕਿਉਂਕਿ ਕੰਪਨੀ ਦੇ ਵਿੱਚ ਜਿਹੜੇ ਵੀ ਸ਼ੇਅਰ ਹੋਲਡਰਸ ਆਣਗੇ ਉਹਨਾਂ ਦੀ ਲਾਇਬਿਲਿਟੀਜ਼ ਹੁੰਦੀ ਫਿਕਸ ਹੁੰਦੀ ਹੈ, ਲੇਕਿਨ ਕੰਪਨੀ ਨੇ ਡਿਸਾਈਡ ਕੀਤਾ ਹੁੰਦਾ ਵੀ ਪੈਸੇ ਉਹਨਾਂ ਨੂੰ ਕਿਵੇਂ ਲੈਣੇ ਹੈਗੇ ਨੇ। ਕੰਪਨੀ ਕਈ ਵਾਰ ਤਾਂ ਸੋਚ ਲੈਂਦੀ ਹੈ ਕਿ ਵੀ ਸਾਰੇ ਦੇ ਸਾਰੇ ਪੈਸੇ ਕੁਝ ਪਾਰਟਨਰਸ ਤੋਂ ਪਹਿਲਾਂ ਆ ਗਏ। ਕੁਝ ਪਾਰਟਨਰਸ ਜਿਹਨਾਂ ਦੇ ਸ਼ੇਅਰ ਜ਼ਿਆਦਾ ਖਰੀਦੇ ਨੇ, ਕੁਝ ਅਮਾਊਂਟ ਐਪਲੀਕੇਸ਼ਨ ਤੇ ਲੈ ਲਈ, ਫਿਰ ਕੰਪਨੀ ਲੋੜ ਪਈ ਜਿਵੇਂ ਬਿਜ਼ਨਸ ਐਕਸਪੈਂਡ ਕਰਨਾ ਜਾਂ ਨਿਊ ਪ੍ਰੋਜੈਕਟ ਲਗਾਉਣਾ ਹੈ, ਅਲੋਟਮੈਂਟ ਤੇ ਲੈ ਲਿਆ ਜਿਹਨਾਂ ਨੂੰ ਸ਼ੇਅਰ ਸਰਟੀਫਿਕੇਟ ਦੇਤੇ, ਜਾਂ ਫਿਰ ਕਈ ਵਾਰ ਕਾਲਸ ਹੁੰਦੇ ਨੇ। ਕਈ ਵਾਰ ਤਾਂ ਫਾਈਨਲ ਕਾਲ ਹੀ ਕਰਦੇ ਨੇ ਸਿਰਫ ਇੱਕ ਵਾਰ ਜੀ, ਕਈ ਵਾਰ ਕਹਿੰਦੇ ਫਰਸਟ ਕਾਲ, ਸੈਕੰਡ ਕਾਲ, ਥਰਡ ਕਾਲ ਜਾਂ ਫਿਰ ਫਾਈਨਲ ਕਾਲ। ਇਸ ਤਰ੍ਹਾਂ ਕੰਪਨੀ ਪੈਸੇ ਜੋ ਹੈ ਕਲੈਕਟ ਕਰਦੀ ਰਹਿੰਦੀ ਹੈਗੀ ਹੈ। ਇਹ ਹੈਗੀ ਫॉर्म ਕੰਪਨੀ ਦੇ ਵਿੱਚ ਫਾਇਦੇ ਕੀ ਹੁੰਦੇ ਨੇ। ਕੰਪਨੀ ਆਪਣੀ ਐਸੈਟਸ ਦੇ ਉੱਪਰ ਡੈਪਰੀਸ਼ੀਏਸ਼ਨ ਵਗੈਰਾ ਕਾਫੀ ਤਰ੍ਹਾਂ ਦੇ ਖਰਚੇ ਜੋ ਹੈ ਬਿਜ਼ਨਸ ਲੱਗਦੇ ਨੇ। ਕੰਪਨੀ ਬਾਰੇ ਦੱਸਣਾ, ਜਿਹੜੇ ਬਾਕੀ ਬੜੇ ਪਾਰਟਨਰਸ ਕੰਪਨੀ ਦੇ ਵਿੱਚ ਜਿੰਨੇ ਵੀ EMPLOYEES ਹੋਣਗੇ ਹਮੇਸ਼ਾ ਉਹਨਾਂ ਨੂੰ ਸਾਰੇ ਬੈਨੀਫਿਟ ਮਿਲਦੇ ਹੈਗੇ ਨੇ। ਜਿੰਨੇ ਵੀ ਲੇਬਰ ਲਈ ਵੈਲਫੇਅਰ ਸਰਵਿਸ ਮੀਨਸ ਗਵਰਨਮੈਂਟ ਨੇ ਰੂਲਸ, ਜਾਂ ਤੁਸੀਂ ਲੇਬਰ ਲਾਅ ਦੀ ਇੱਕ ਬੁੱਕ ਪੜ੍ਹੀ ਵੀ ਹੋਈ ਹੈ ਬੀਕਮ ਦੇ ਵਿੱਚ, ਉਹ ਲੇਬਰ ਲਾਅ ਦੇ ਵਿੱਚ ਜਿੰਨੇ ਵੀ ਕਾਨੂੰਨ EMPLOYEE ਲਈ ਬਣੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਬੈਨੀਫਿਟ ਜੋ EMPLOYEES ਨੂੰ ਵੀ ਮਿਲਦੇ ਹੁੰਦੇ ਨੇ। ਫੈਸਿਲਿਟੀਜ਼ ਇਹ ਨਹੀਂ ਹੈ ਕਿ ਸਿਰਫ EMPLOYEES ਨੂੰ ਮਿਲਦੀਆਂ ਨੇ, ਕੰਪਨੀਜ਼ ਨੂੰ ਵੀ ਮਿਲਦੀਆਂ ਨੇ। ਗਵਰਨਮੈਂਟਸ ਕਾਫੀ ਟਾਈਮ ਸਬਸਿਡੀਜ਼ ਵਗੈਰਾ ਪ੍ਰੋਵਾਈਡ ਵੀ ਦਿੰਦੀ ਰਹਿੰਦੀ ਹੈ ਕੰਪਨੀ ਲਈ। ਇਹ ਸੀਗਾ ਤੁਹਾਡਾ ਕੰਪਨੀ ਲਈ। ਕੰਪਨੀ ਦੀ ਇਹਨਾਂ ਟੈਕਸ ਪਲੈਨਿੰਗ ਜੋ ਹੈ ਅਗਲੇ ਟੌਪਿਕ 'ਚ ਹੈ, ਉਹ ਅਗਲੇ ਟੌਪਿਕ ਦੇ ਵਿੱਚ ਸ਼ੇਅਰ ਕਰਦੇ ਹਾਂ। ਕੰਪੀਟੀਸ਼ਨ ਆਫ ਟੈਕਸ ਇਨ ਟੈਕਸੇਬਲ ਇਨਕਮ ਆਫ ਕੰਪਨੀਜ਼। ਕੰਪਨੀ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਲਿਆ ਵੀ ਕੰਪਨੀਜ਼ ਕੀ ਹੁੰਦੀਆਂ ਨੇ। ਉਹਦੀ ਇਨਕਮ ਜਦੋਂ ਕੈਲਕੂਲੇਟ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕੰਪਨੀ ਦਾ ਰੈਜ਼ੀਡੈਂਸ਼ੀਅਲ ਸਟੇਟਸ। ਕੰਪਨੀ ਕਿੱਥੇ ਦੀ ਹੈ, ਇੰਡੀਆ ਦੀ ਹੈ ਜਾਂ ਬਾਹਰ ਦੀ ਹੈ, ਇਹ ਚੀਜ਼ ਪਹਿਲਾਂ ਤੋਂ ਹੀ ਫਾਈਂਡ ਕਰਨੀ ਜ਼ਰੂਰੀ ਹੁੰਦੀ ਹੈ। ਰੈਜ਼ੀਡੈਂਸ਼ੀਅਲ ਸਟੇਟਸ ਆਫ ਏ ਕੰਪਨੀ
ਜਦੋਂ ਵੀ ਕੰਪਨੀ ਦੇਖੋਗੇ ਨਾ ਪਿਛਲੇ ਸਾਲ ਕਹਿੰਦਾ ਉਹ ਇੰਡੀਅਨ ਕੰਪਨੀ ਨੂੰ ਚਾਹੀਦੀ ਹੈ, ਮਤਲਬ ਕਿ ਜਿਹੜੇ ਅਸੀਂ ਰੈਜ਼ੀਡੈਂਸ਼ੀਅਲ ਸਟੇਟਸ ਪਿੱਛੇ ਪੜੇ ਹੋਏ ਨੇ ਉਹਦੇ ਅਕੋਰਡਿੰਗ ਪ੍ਰੀਵੀਅਸ ਈਅਰ ਦਾ ਜਦੋਂ ਤੁਸੀਂ ਟੈਕਸ ਕੈਲਕੂਲੇਸ਼ਨ ਹਮੇਸ਼ਾ ਨਾ ਟੈਕਸ ਕੈਲਕੂਲੇਸ਼ਨ ਪ੍ਰੀਵੀਅਸ ਈਅਰ ਦਾ ਹੁੰਦਾ ਹੈ, ਅਗਲਾ ਸਾਲ ਅਸੈਸਮੈਂਟ ਈਅਰ ਹੁੰਦਾ ਹੈ। ਤਾਂ ਪਿਛਲੀ ਕਹਿੰਦਾ ਇੱਕ ਤਾਂ ਇੰਡੀਅਨ ਕੰਪਨੀ ਹੋਣੀ ਚਾਹੀਦੀ ਹੈ, ਪੂਰਾ ਦਾ ਪੂਰਾ ਕੰਟਰੋਲ ਜੋ ਹੈ ਮੈਨੇਜਮੈਂਟ ਆਫ ਬਿਜ਼ਨਸ ਦਾ ਅਫੇਅਰਸ ਦਾ ਉਹ ਪੂਰਾ ਇੰਡੀਆ ਦੇ ਵਿੱਚ ਹੀ ਹੋਣਾ ਚਾਹੀਦਾ ਹੈਗਾ। ਤਾਂ ਉਦਾਂ ਦੀ ਕੰਪਨੀ ਨੂੰ ਜੋ ਹੈ ਇੰਡੀਅਨ ਕੰਪਨੀ ਮੰਨਿਆ ਜਾਂਦਾ ਹੈਗਾ। ਅਗਰ ਕੋਈ ਕੰਪਨੀ ਕਹਿੰਦਾ ਇੰਡੀਅਨ ਕੰਪਨੀ ਨਹੀਂ ਹੈ ਤਾਂ ਉਹਨੂੰ ਫੋਰਨ ਕੰਪਨੀ ਮੰਨ ਲਿਆ ਜਾਂਦਾ ਹੈ, ਮੀਨਸ ਉਹਦਾ ਬਿਜ਼ਨਸ ਕਿਤੇ ਬਾਹਰ ਚੱਲ ਰਿਹਾ ਹੈਗਾ ਤਾਂ ਉਹਨੂੰ ਫੋਰਨ ਕੰਪਨੀ ਹੀ ਮੰਨਿਆ ਜਾਂਦਾ ਹੈਗਾ। ਇਹ ਜ਼ਰੂਰੀ ਹੁੰਦਾ ਕਹਿੰਦਾ ਕੋਈ ਵੀ ਕੰਪਨੀ ਹੋਵੇ ਕਹਿੰਦਾ ਕੋਈ ਵੀ ਪਰਸਨ ਜਿੱਥੇ ਮਰਜ਼ੀ ਰਹਿ ਰਿਹਾ ਹੋਵੇ, ਅਗਰ ਜਿੱਥੇ ਉਹਨੇ ਬਿਜ਼ਨਸ ਚਲਾਇਆ ਹੋਇਆ ਉੱਥੇ ਦੀ ਕੰਪਨੀ ਉਹਨੂੰ ਮੰਨਿਆ ਜਾਂਦਾ। ਕਈ ਵਾਰ ਇਹਦਾ ਹੁੰਦਾ ਪਰਸਨ ਬਾਹਰ ਦਾ ਬਿਜ਼ਨਸ ਇੱਥੇ ਚਲਾ ਰਿਹਾ, ਇੱਥੇ ਇਨਕਮ ਜਨਰੇਟ ਹੋ ਰਹੀ ਤੇ ਇੰਡੀਅਨ ਕੰਪਨੀ ਮੰਨਿਆ ਜਾਊਗਾ ਉਹਨੂੰ, ਅਸੀਂ ਫੋਰਨ ਕੰਪਨੀ ਨਹੀਂ ਕਵਾਂਗੇ ਕਿਉਂਕਿ ਇਨਵੈਸਟਮੈਂਟ ਸਾਰੀ ਇੱਥੇ ਹੀ ਹੋਈ ਹੁੰਦੀ ਹੈ। ਤਾਂ ਜ਼ਰੂਰੀ ਹੈ ਕਿ ਨਾ ਹਮੇਸ਼ਾ ਅਸੀਂ ਦੇਖਾਂਗੇ ਕਿ ਕੰਪਨੀ ਕੋਈ ਵੀ ਹੋਵੇ ਉਹਦਾ ਪਹਿਲਾਂ ਰੈਜ਼ੀਡੈਂਸ਼ੀਅਲ ਸਟੇਟਸ ਚੈੱਕ ਕਰਨਾ ਜ਼ਰੂਰੀ ਹੈ। ਤੁਸੀਂ ਇਹ ਨਹੀਂ ਹੈ ਵੀ ਕੋਈ ਵੀ ਕੰਪਨੀ ਹੋਵੇ ਚੱਕ ਕੇ ਉਹਦਾ ਇਨਕਮ ਟੈਕਸ ਰੇਟ ਜੋ ਵੀ ਗਵਰਨਮੈਂਟ ਨੇ ਸੈਟਅਪ 30% ਜਿਵੇਂ ਕਰਿਆ ਹੋਇਆ ਤੁਸੀਂ 30% ਰੇਟ ਲਗਾਓ ਔਰ ਅੱਗੇ ਚੱਲਦੇ ਬਣੋ, ਇਦਾਂ ਨਹੀਂ ਹੈ। ਪਹਿਲਾਂ ਉਹਦਾ ਰੈਜ਼ੀਡੈਂਸ਼ੀਅਲ ਸਟੇਟਸ ਚੈੱਕ ਕਰੋ ਫਿਰ ਤੁਸੀਂ ਕਹਿੰਦਾ ਕੰਪਨੀ ਬਾਰੇ ਗੱਲ ਕਰੋਗੇ। ਇੱਕ ਇਹਨਾਂ ਚੀਜ਼ ਲਿਖੀ ਵੀ ਹੈ ਫॉर ਕੰਪਨੀਜ਼ ਇਨਕਮ ਟੈਕਸ ਰੇਟ ਇਜ਼ ਫਲੈਟ 30% ਫॉर ਇੰਡੀਅਨ ਕੰਪਨੀ ਵਿਦ a 5% ਸਰਚਾਰਜ ਅਪਲਾਈਡ ਟੂ ਟੈਕਸ ਪੇਡ ਬਾਈ ਕੰਪਨੀ ਵਿਦ ਗ੍ਰੋਸ ਟਰਨਓਵਰ 1 ਕਰੋੜ। ਹੁਣ ਮੇਰੇ ਖਿਆਲ में ਇਹਨਾਂ ਨੇ ਟਰਨਓਵਰ ਸ਼ਾਇਦ 2.5 ਕਰੋੜ ਦੀ ਕਰੀ ਹੋਈ ਹੈ। ਅਗਰ ਕੋਈ ਕੰਪਨੀ ਸ਼ਾਇਦ ਉਹਦੀ ਟਰਨਓਵਰ 2.5 ਕਰੋੜ ਆ ਉਹਦੇ ਉੱਪਰ ਸਰਚਾਰਜ ਲੱਗ ਤੋਂ ਨਾਲ ਲੱਗਦਾ ਹੈਗਾ। ਵੈਸੇ ਕੰਪਨੀ ਰਜਿਸਟਰਡ ਹੋਈ ਹੈ, ਫਲੈਟ ਰੇਟ 30% ਦਾ ਹੈਗਾ ਹੀ ਹੈਗਾ। ਟੈਕਸੇਬਲ ਇਨਕਮ ਆਫ ਕੰਪਨੀਜ਼, ਜਦੋਂ ਵੀ ਕਹਿੰਦਾ ਕੋਈ ਇਨਕਮ ਆਪਾਂ ਕੰਪਨੀ ਦੀ ਗੱਲ ਕਰਦੇ ਹਾਂ ਸਿਰਫ ਇਹ ਨਹੀਂ ਹੁੰਦਾ ਵੀ ਕੰਪਨੀ ਦੀ ਇਨਕਮ ਸਿਰਫ ਬਿਜ਼ਨਸ ਤੋਂ ਹੀ ਨਿਕਲਦੀ ਹੈ। ਕਈ ਵਾਰ ਕੰਪਨੀ ਨੇ ਪੈਸਾ ਕਹਿੰਦਾ ਕੈਪੀਟਲ ਗੇਨ ਦੇ ਵਿੱਚ ਵੀ ਲਗਾਇਆ ਹੁੰਦਾ, ਮੀਨਸ ਕਿਤੇ ਨਾ ਕਿਤੇ ਕੋਈ ਇਨਵੈਸਟਮੈਂਟ ਸ਼ਾਰਟ ਟਰਮ ਜਾਂ ਲੌਂਗ ਟਰਮ ਦੇ ਵਿੱਚ ਕੀਤੀ ਹੋਈ ਹੈ। ਅਗਰ ਉਹਨਾਂ ਨੂੰ ਉਹਦਾ ਕੋਈ ਬੈਨੀਫਿਟ ਹੋ ਰਿਹਾ ਉਹ ਵੀ ਇਨਕਮ ਕੰਪਨੀ ਦੇ ਵਿੱਚ ਲੈ ਕੇ ਆਈ ਜਾਊਗੀ। ਅਗਰ ਕੰਪਨੀ ਨੇ ਕੋਈ ਆਪਣੀ ਪ੍ਰਾਪਰਟੀ ਬਣਾਈ ਹੋਈ ਹੈ, ਜਿਵੇਂ ਉਹਨਾਂ ਨੂੰ ਕੋਈ ਆਪਣੀ ਲੈਂਡ ਵਗੈਰਾ ਠੇਕੇ ਤੇ ਦਿੱਤੀ ਹੋਈ ਹੈ ਜਾਂ ਫਿਰ ਕੋਈ ਹਾਊਸ ਵਗੈਰਾ ਦਿੱਤੇ ਉਹਨਾਂ ਦੇ ਕਿਰਾਏ ਵਗੈਰਾ ਉਹਨਾਂ ਨੂੰ ਆ ਰਹੇ ਹੋਏ ਨੇ, ਤਾਂ ਇਹ ਵੀ ਸਾਰੀ ਕੰਪਨੀ ਦੀ ਇਨਕਮ ਦੇ ਵਿੱਚ ਹੀ ਟੋਟਲ ਲਿਆ ਜਾਊਗਾ। ਪਲੱਸ ਅਦਰ ਸੋਰਸਿਸ ਜਿਵੇਂ ਕਿ ਹਾਰਸ ਰਾਈਡਿੰਗ ਦੇ ਵਿੱਚ ਪੈਸੇ ਲਗਾ ਲਏ ਜਾਂ ਕਿਸੇ ਗੇਮ ਦੇ ਵਿੱਚ ਪੈਸੇ ਲਗਾ ਲਏ ਕਿਸੇ ਕੰਪਨੀ ਨੇ, ਬਹੁਤ ਸਾਰੀ ਕੰਪਨੀ ਜਿੱਦਾਂ ਵੀ ਕਰਦੀਆਂ ਹੈਗੀਆਂ ਨੇ। ਸਾਡੀ ਕੰਪਨੀ ਨੇ ਕਾਇਨ ਲਿੱਤੇ ਨੇ 8 ਗ੍ਰਾਮ ਦੇ, ਉਹ ਹੋ ਗਏ ਤੁਹਾਡੇ ਮਤਲਬ ਕਿ ਕੈਪੀਟਲ ਗੇਨ ਦੇ ਵਿੱਚ ਹੋ ਗਿਆ। ਉਹ ਉਹਨਾਂ ਨੇ ਇਨਵੈਸਟਮੈਂਟ ਕਰਤੀ ਇੱਕ ਤਰ੍ਹਾਂ ਦੀ ਸੋਨੇ ਦੇ ਉੱਪਰ, ਉਹ ਤਾਂ ਜਦੋਂ ਉਹਨਾਂ ਨੂੰ ਲੱਗਦਾ ਹੋਊਗਾ ਜਿੱਥੇ ਉਹਨਾਂ ਨੂੰ ਬੈਨੀਫਿਟ ਹੋਇਆ ਉਹਦਾ ਪੈਸਾ ਉਹਨਾਂ ਦੇ ਉੱਪਰ ਕਰ ਲੈਣਾ, ਥੋੜੀ ਵੀ ਰੱਖੇ ਸਾਂਭ ਕੇ ਰੱਖੇ ਉਹਨਾਂ ਨੇ, ਤਾਂ ਉਹ ਜਿਹੜੀ ਇਨਕਮ ਹੋਊਗੀ ਉਹਨਾਂ ਨੇ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਸ਼ੋਅ ਤਾਂ ਕਰਨੀ ਹੀ ਹੈਗੀ ਹੈ। ਤਾਂ ਉਹਨਾਂ ਦੇ ਇਨਕਮ ਦੇ ਨਾਲ ਪਲੱਸ ਹੋ ਜਾਊਗਾ ਵੀ ਜਿੰਨੇ ਉਹਨਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਕੰਪਨੀ ਜਦੋਂ ਇਹ ਕੰਪਨੀ ਦੀ ਇਨਕਮ ਹੋਗੀ ਪਲੱਸ ਮੀਨ ਜਿਹੜਾ ਉਹਨਾਂ ਦਾ ਪ੍ਰੋਫਿਟ ਹੋ ਗਿਆ ਪਲੱਸ ਆ ਤਿੰਨ ਜਿਹੜੇ ਹੈਡ ਉਹਨਾਂ ਨੂੰ ਦਿੱਤੇ ਹੈਗੇ ਨੇ, ਇੱਥੋਂ ਵੀ ਜਿਹੜਾ ਪੈਸਾ ਆਊਗਾ ਉਹ ਸਾਰੀ ਕੰਪਨੀ ਦੀ ਇਨਕਮ ਗਿਣੀ ਜਾਂਦੀ ਹੈਗੀ ਹੈ। ਫਿਰ ਇਹਦੇ ਵਿੱਚੋਂ ਕੁਝ ਖਰਚੇ ਐਕਸਪੈਂਸਿਵ ਇਹਨਾਂ ਲਿਖੇ ਹੈਗੇ ਨੇ, ਡਿਡਕਟੇਬਿਲਿਟੀ ਆਫ ਦੀ ਐਕਸਪੈਂਸਿਵ। ਕੰਪਨੀ ਨੂੰ ਕਹਿੰਦਾ ਇੱਕ ਇਹ ਵੀ ਫਾਇਦਾ ਹੁੰਦਾ ਵੀ ਸਾਰੀ ਇਨਕਮ ਇਦਾਂ ਨਹੀਂ ਗਿਣੀ ਜਾਂਦੀ ਹੈਗੀ, ਕੰਪਨੀ ਦੇ ਵਿੱਚ ਹੁੰਦਾ ਵੀ ਖਰਚੇ ਸਾਨੂੰ ਮਾਈਨਸ ਕਰਨ ਨੂੰ ਮਿਲਦੇ, ਕਿਉਂਕਿ ਜਦੋਂ ਪ੍ਰੋਫਿਟ ਐਂਡ ਲਾਸ ਫਾਈਂਡ ਹੋਣਾ ਕੰਪਨੀ ਦਾ ਉਹਦੇ ਵਿੱਚ ਜਿੰਨੇ ਵੀ ਐਂਟਰਟੇਨਮੈਂਟ ਐਕਸਪੈਂਸਿਵ ਹੋਣਗੇ, ਜਿੰਨੇ ਵੀ ਇੰਟਰਸਟ ਹੋਣਗੇ, ਕਾਰਪੋਰੇਟ ਟੈਕਸ ਪੇਡ ਹੋਣਗੇ ਜਾਂ ਫਿਰ ਕੋਈ ਵੀ ਤੁਹਾਡੀਆਂ ਜਨਰਲ ਐਕਸਪੈਂਸਿਵ ਹੋਣਗੇ ਉਹ ਸਾਰੇ ਤੁਹਾਡੇ ਕਹਿੰਦਾ ਮਾਈਨਸ ਹੋ ਜਾਂਦੇ ਨੇ ਕੰਪਨੀ ਦੇ ਪ੍ਰੋਫਿਟ ਦੇ ਵਿੱਚੋਂ। ਕੰਪਨੀ ਨੂੰ ਜਿਵੇਂ ਆਪਾਂ ਨੇ ਪਹਿਲਾਂ ਪੜਿਆ ਹੋਇਆ ਵੀ ਐਗਜ਼ੰਪਸ਼ਨਸ ਜਾਂ ਫਿਰ ਛੂਟ ਵਗੈਰਾ ਰਿਡਕਸ਼ਨਸ ਨੇ, ਉਹ ਸਾਰੀਆਂ ਚੀਜ਼ਾਂ ਦਾ ਫਾਇਦਾ ਮਿਲ ਜਾਂਦਾ ਹੈ ਕੰਪਨੀ ਨੂੰ। ਟੈਕਸ ਰੇਟ ਫॉर ਕੰਪਨੀਜ਼, ਕੰਪਨੀ ਲਈ ਫਲੈਟ ਰੇਟ ਆਪਾਂ ਨੂੰ ਪਤਾ ਹੀ ਹੈ ਵੀ 30% ਹੈ। ਅਗਰ ਟਰਨਓਵਰ ਤੁਹਾਡੀ ਜ਼ਿਆਦਾ ਹੋਗੀ 30% ਟੈਕਸ ਰੇਟ ਹੈ, ਪਲੱਸ ਉਹਦੇ ਉੱਪਰ ਜੋ ਤੁਹਾਡਾ ਐਜੂਕੇਸ਼ਨ ਸੈਸ ਵਗੈਰਾ ਉਹ ਲੱਗਣਾ ਹੈ। ਅੱਗੇ ਟਰਨਓਵਰ ਤੁਹਾਡੀ 2.5 ਕਰੋੜ ਤੋਂ ਜ਼ਿਆਦਾ ਆਉਂਦੀ ਹੈ ਫਿਰ ਤੁਹਾਨੂੰ ਅੱਗੇ ਸਰਚਾਰਜ ਵੀ ਪੇ ਕਰਨਾ ਪੈਂਦਾ ਹੈਗਾ। ਸਰਚਾਰਜ ਦੀ ਮੇਰੇ ਖਿਆਲ ਸ਼ਾਇਦ 5% ਹੈ, 5% ਸਰਚਾਰਜ ਸਾਨੂੰ ਪੇ ਕਰਨਾ ਪਏਗਾ। ਜਦੋਂ ਵੀ ਕਹਿੰਦਾ ਕਿਸੇ ਕੰਪਨੀ ਦੀ ਇਨਕਮ ਤੁਸੀਂ ਫਾਈਂਡ ਕਰ ਰਹੇ ਹੋ ਕੁਝ ਸਟੈਪਸ ਹੋਣਗੇ। ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਕੰਪਨੀ ਦੀ ਪ੍ਰੋਪਰ ਆਲ ਇਨਕਮ ਜਿਹੜੀ ਅਲੱਗ-ਅਲੱਗ ਹੈਡ ਦੇ ਵਿੱਚ ਆਉਂਦੀ ਹੈ ਉਹ ਸਾਰੀ ਇਕੱਠੀ ਕਰਾਂਗੇ। ਦੂਸਰੀ ਇਨਕਮ ਫਰਮ ਹਾਊਸ ਪ੍ਰੋਪਰਟੀ, ਉਹਦਾ ਰੈਜ਼ੀਡੈਂਸ਼ੀਅਲ ਸਟੇਟਸ ਦੇਖ ਕੇ, ਰੈਜ਼ੀਡੈਂਸ਼ੀਅਲ ਸਟੇਟਸ ਮੀਨਸ ਇੰਡੀਆ ਦਾ ਹੋਣਾ ਚਾਹੀਦਾ ਉਹ, ਕੈਪੀਟਲ ਗੇਨ ਦਾ ਪੈਸਾ, ਪ੍ਰੋਫਿਟ ਐਂਡ ਲਾਸ ਆਫ ਬਿਜ਼ਨਸ। ਫਿਰ ਉਸ ਤੋਂ ਇਲਾਵਾ ਕੋਈ ਵੀ ਇਨਕਮ ਜਿਹੜੀਆਂ ਸਿਕਿਉਰਿਟੀਜ਼, ਲੋਟਰੀ ਜਾਂ ਫਿਰ ਪਜ਼ਲਸ ਵਗੈਰਾ ਵਿੱਚ ਲਗਾ ਕੇ ਉਹਨਾਂ ਨੇ ਪੈਸਾ ਇਕੱਠਾ ਕੀਤਾ ਹੈ, ਇਹ ਸਾਰੀ ਇਨਕਮਸ ਨੂੰ ਇਕੱਠਾ ਕਰੋ, ਉਹਦਾ ਟੋਟਲ ਲਗਾ ਕੇ ਉਹਨੂੰ ਫਿਰ ਅਸੀਂ ਟੋਟਲ ਇਨਕਮ ਨੂੰ ਲਿਖ ਕੇ ਉਹਦੇ ਵਿੱਚ ਜੋ ਵੀ ਸਾਡੀ ਡਿਡਕਸ਼ਨਸ ਹੋਣਗੀਆਂ ਉਹ ਮਾਈਨਸ ਕਰਾਂਗੇ, ਫਿਰ ਸਾਡੀ ਨੈਟ ਇਨਕਮ ਨਿਕਲ ਕੇ ਆਉਂਦੀ ਜਿਹਦੇ ਉੱਪਰ ਕੰਪਨੀ ਨੂੰ ਟੈਕਸ ਪੇ ਕਰਨਾ ਪੈਂਦਾ ਹੈਗਾ। ਲਿਖਿਆ ਵੀ ਅਗਲੇ ਪੇਜ ਤੇ ਟੈਕਸੇਬਲ ਇਨਕਮ ਇਜ਼ ਇਕੁਅਲ ਟੂ ਅਸੈਸੇਬਲ ਇਨਕਮ ਮਾਈਨਸ ਅਲਾਉਏਬਲ ਡਿਡਕਸ਼ਨ। ਜਿੰਨੀਆਂ ਵੀ ਕੰਪਨੀ ਦੀ ਇਨਕਮ ਆਈ ਮਾਈਨਸ ਉਹਦੇ ਚੋਂ ਡਿਡਕਸ਼ਨ ਕਰਤੀ ਤਾਂ ਸਾਡੇ ਕੋਲ ਕੀ ਨਿਕਲ ਕੇ ਆ ਜਾਂਦਾ ਹੈ ਕੰਪਨੀ ਦੀ ਟੈਕਸੇਬਲ ਇਨਕਮ। ਟੋਟਲ ਮੀਨ ਜਿੰਨੀ ਵੀ ਗ੍ਰੋਸ ਇਨਕਮ ਹੋਗੀ ਸਾਰੇ ਹੈਡ ਦੇ ਅੰਡਰ ਲੈ ਕੇ ਉਹਦੇ ਚੋਂ ਜੋ ਡਿਡਕਸ਼ਨਸ ਹੋਣਗੀਆਂ ਉਹ ਮਾਈਨਸ ਕਰਨੀਆਂ ਨੇ, ਫਿਰ ਸਾਡੇ ਕੋਲ ਕੰਪਨੀ ਦੀ ਇਨਕਮ ਆ ਜਾਏਗੀ। ਉਹਦੇ ਉੱਪਰ ਫਲੈਟ ਸਾਨੂੰ ਪਤਾ ਹੀ ਹੈ ਅਸੀਂ 30% ਰੇਟ ਲਗਾਵਾਂਗੇ।
ਫਿਰ ਇੱਕ ਟੌਪਿਕ ਇਹਦੇ ਵਿੱਚ ਹੈਗਾ ਮੈਟ, ਮਿਨੀਮਮ ਅਲਟਰਨੇਟਿਵ ਟੈਕਸ। ਕੁਝ ਕੰਪਨੀਆਂ, ਸ਼ਾਇਦ ਤੁਸੀਂ ਇਹਦੇ ਬਾਰੇ ਸੁਣਿਆ ਵੀ ਹੋਊਗਾ, GST ਦੇ ਵਿੱਚ ਵੀ ਜਿਵੇਂ ਹੈਗਾ, ਅਗਰ ਕੋਈ ਕੰਪਨੀਆਂ ਕਹਿੰਦਾ ਮਿਨੀਮਮ ਅਲਟਰਨੇਟਿਵ ਟੈਕਸ ਦੇ ਵਿੱਚ ਵੀ ਆਣਾ ਚਾਹੁੰਦੀਆਂ, ਇਨਕਮ ਟੈਕਸ ਦੇ ਵਿੱਚ, ਉਹਨਾਂ ਨੇ ਮੀਨਸ ਕੁਝ ਕੰਪਨੀ ਇਦਾਂ ਦੀ ਹੁੰਦੀਆਂ, ਉਹ ਕਹਿੰਦੇ ਵੀ ਅਸੀਂ ਬਰਡਨ ਦੇ ਵਿੱਚ ਨਹੀਂ ਕੰਮ ਕਰਨਾ ਚਾਹੁੰਦੇ, ਵੀ ਸਾਨੂੰ ਅਲੱਗ-ਅਲੱਗ ਰਿਟਰਨ ਫਿਲ ਕਰਨੇ ਪੈਣ ਜਾਂ ਅਸੀਂ ਆਪਣੀ ਪ੍ਰੋਪਰ ਕੈਲਕੂਲੇਸ਼ਨ ਕਰੀਏ। ਕੰਪਨੀਆਂ ਕੁਝ ਇਦਾਂ ਸੈਟਅਪ ਕਰ ਲੈਂਦੀ ਵੀ ਅਸੀਂ ਮਿਨੀਮਮ 18% ਟੈਕਸ ਜੋ ਹੈ ਪੇ ਕਰ ਦਾਂਗੇ ਹਰ ਸਾਲ, ਜੋ ਵੀ ਸਾਡਾ ਇਨਕਮ ਬਣਦੀ ਹੋਊਗੀ, ਅਸੀਂ ਨਾ ਕੋਈ ਕੈਲਕੂਲੇਸ਼ਨ ਜਾਣਾ ਹੈ। ਬਹੁਤ ਸਾਰੀ ਕੰਪਨੀਆਂ ਇਦਾਂ ਕੰਪੋਜੀਸ਼ਨ ਸਕੀਮਸ ਕਰਨ, GST ਦੇ ਵਿੱਚ ਵੀ ਹੈਗੀ ਕੰਪੋਜੀਸ਼ਨ ਸਕੀਮਸ, ਵੀ ਤੁਹਾਨੂੰ 18% ਡਾਇਰੈਕਟਲੀ ਫਿਲ ਕਰਨਾ ਆਉਂਦਾ, ਤੁਹਾਡੇ ਉੱਪਰ ਕੋਈ ਬਰਡਨ ਨਹੀਂ, ਤੁਸੀਂ ਮੰਥਲੀ ਬੇਸ ਤੇ ਰਿਟਰਨ ਫਿਲ ਕਰੋ ਜਾਂ ਕੁਝ, ਜਿਵੇਂ ਐਗਜ਼ਾਮਪਲ ਹੈ, ਉਹ ਚੀਜ਼ਾਂ ਖਤਮ ਹੋ ਜਾਂਦੀ। ਇਨਕਮ ਟੈਕਸ ਦੇ ਵਿੱਚ ਵੀ ਮਿਨੀਮਮ ਅਲਟਰਨੇਟਿਵ ਟੈਕਸ ਦੀ ਇੱਕ ਆਪਸ਼ਨਸ ਹੁੰਦੀ ਹੈ। ਕੋਈ ਵੀ ਬਿਜ਼ਨਸ ਵਾਲੇ ਜੋ ਹੈ ਇਨਕਮ ਟੈਕਸ ਪੇ ਕਰ ਸਕਦੇ ਨੇ, ਆਪਣਾ ਪ੍ਰੋਫਿਟ ਐਂਡ ਲਾਸ ਅਕਾਊਂਟ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਤੁਸੀਂ ਕਿਹਨੂੰ ਬਣਾਇਆ, ਜਿੰਨਾ ਤੁਸੀਂ ਪ੍ਰੋਫਿਟ ਸ਼ੋ ਕੀਤਾ ਉਹਦਾ ਮਿਨੀਮਮ 18% ਤੁਸੀਂ ਪੇ ਕਰ ਦੋਗੇ। ਇਹਨਾਂ ਲਿਖਿਆ ਵੀ ਦੇਖੋ 18% ਇਹਦੇ ਫਿਕਸ ਹੀ ਹੁੰਦਾ ਹੈ, ਜਾਂ ਆਪਸ਼ਨ ਹੁੰਦੀ ਹੈ ਵੀ ਤੁਸੀਂ ਸਲੈਬ ਅਕੋਰਡਿੰਗ, ਲੇਕਿਨ ਮਿਨੀਮਮ ਅਲਟਰਨੇਟਿਵ ਟੈਕਸ ਦੇ ਵਿੱਚ ਕੋਈ ਆਪਸ਼ਨ ਦੀ ਲੋੜ ਹੀ ਨਹੀਂ ਹੁੰਦੀ। 18% ਆਪਣਾ ਟੈਕਸ ਪੇ ਕਰੋ। ਅਗਰ ਤੁਹਾਨੂੰ ਲੱਗਦਾ ਪ੍ਰੋਫਿਟ ਤੁਹਾਡਾ ਘੱਟ ਆ ਰਿਹਾ, ਤੁਸੀਂ ਸਲੈਬ ਨਾਲ ਕਰਨਾ ਤਾਂ ਸਲੈਬ ਨਾਲ ਵੀ ਫਿਲ ਕਰ ਸਕਦੇ ਹੈਗੇ ਆ। ਅਗਰ ਤੁਹਾਡੀ ਇਨਕਮ ਜ਼ਿਆਦਾ ਹੈ, ਕੋਈ ਕੰਪਨੀ ਇਦਾਂ ਕੰਪੋਜੀਸ਼ਨ ਸਕੀਮ ਚਾਹੀ ਹੋਈ ਹੈ, ਤਾਂ 18% ਟੈਕਸ ਪੇ ਕਰਕੇ ਫ੍ਰੀ ਹੋ ਜਾਂਦੀ ਹੈ ਗਵਰਨਮੈਂਟ ਨੂੰ। ਇਦਾਂ ਦੀ ਲੈਵਲ ਫਾਇਦੇ ਜੋ ਹੈ ਉਹੀ ਕੰਪਨੀ ਪੇ ਕਰ ਸਕਦੀ ਜਿਹੜੀ ਇੰਡੀਅਨ ਕੰਪਨੀ ਹੋਊਗੀ। ਇਹਨਾਂ ਲਿਖਿਆ ਵੀ ਹੈ ਵੈਨ ਏ ਕੰਪਨੀ ਹੈਜ਼ ਟੂ ਪੇ ਮੈਟ, ਕੰਡੀਸ਼ਨ ਲਿਖੀ ਹੈ ਕਦੋਂ ਕੋਈ ਕੰਪਨੀ ਜੋ ਹੈ ਮੈਟ ਪੇ ਕਰ ਸਕਦੀ ਹੈ। In India, in case of company, if tax payable, their taxable income from assessment year is less than the 18.54% of their book profit. अगर कोई इंडियन कंपनी हैगी है, ਉਹਦੇ book profit means ਉਹ टैक्स ਘੱਟ ਪੇ ਕਰ ਰਹੀ ਹੈ 18.54% ਵਿੱਚ, ਤਾਂ ਉਹਨੂੰ ਆਪਣਾ ਕੀ ਹੈ, if book profit does not exceed 10 million or 99.3, ਬਸ ਤੁਸੀਂ ਗੱਲ ਕਰ ਲਓ, ਸਿੰਪਲ ਜੀ ਲਿਖ ਲਓ। ਅਗਰ book profit ਸਾਡਾ ਕਹਿੰਦਾ 10 million, M ਦਾ ਮਤਲਬ ਮਿਲੀਅਨ ਹੀ ਲਵਾਂਗੇ ਇਹਨਾਂ ਨੂੰ ਕੁਝ। ਅਗਰ ਸਾਡੀ ਬੁੱਕ ਪ੍ਰੋਫਿਟ, ਕੰਪਨੀ ਦਾ ਬੁੱਕ ਪ੍ਰੋਫਿਟ 18.54% ਤੋਂ ਜ਼ਿਆਦਾ ਹੋ ਜਾਂਦਾ ਹੈ, ਤਾਂ ਉਹ ਕੰਪਨੀ ਮੈਟ ਨਹੀਂ ਪੇ ਕਰੂਗੀ, ਫਿਰ ਉਹਨੂੰ ਸਲੈਬ ਚਾਣਾ ਪੈਂਦਾ। ਅਗਰ ਇਸ ਤੋਂ ਘੱਟ ਆਉਂਦਾ ਹੈਗਾ ਸਾਡਾ ਬੁੱਕ ਪ੍ਰੋਫਿਟ, ਠੀਕ ਹੈ, ਜਿੰਨਾ ਵੀ ਸਾਡਾ ਚੱਲ ਮਹੀਨੇ ਜਿਵੇਂ ਇਹਨਾਂ ਨੇ ਮਿਲੀਅਨ ਦੇ ਵਿੱਚ ਅਮਾਊਂਟ ਲਈ ਹੈ, ਉਸ ਤੋਂ ਘੱਟ ਆਉਂਦਾ, ਫਿਰ ਕੰਪਨੀ ਮੈਟ ਪੇ ਕਰੂਗੀ। ਮੀਨਸ ਕੋਈ ਕੰਪਨੀ ਜੋ ਹੈ ਮੈਟ ਪੇ ਕਰ ਸਕਦੀ ਹੈ। ਅਗਰ ਇਸ ਤੋਂ ਜ਼ਿਆਦਾ ਤਾਂ ਫਿਰ ਉਹਨਾਂ ਨੂੰ ਸਲੈਬ ਰੇਟ ਦੇ ਅਕੋਰਡਿੰਗ ਹੀ ਟੈਕਸ ਪੇ ਕਰਨਾ ਪੈਣਾ ਹੈਗਾ। MAT is applicable in respect of export oriented unit schemes but not special economic zone. ਮੈਟ ਜਿਹੜੀ ਹੈ ਕਹਿੰਦਾ ਐਕਸਪੋਰਟ ਓਰੀਐਂਟਡ ਯੂਨਿਟਸ ਦੇ ਵਿੱਚ ਤਾਂ ਲੱਗ ਜਾਂਦਾ ਹੈਗਾ, ਲੇਕਿਨ ਜਿਹੜੀਆਂ ਸਪੈਸ਼ਲ ਇਕਨੋਮਿਕ ਜ਼ੋਨ ਨੇ ਉੱਥੇ ਮੈਟ ਅਪਲਾਈ ਨਹੀਂ ਹੁੰਦਾ ਹੈਗਾ। ਪ੍ਰੀਪੇਅਰਿੰਗ ਐਨੂਅਲ ਅਕਾਊਂਟਸ, ਕੋਈ ਵੀ ਕੰਪਨੀ ਹੈ, ਹਰੇਕ ਕੰਪਨੀ ਆਪਣਾ ਐਨੂਅਲ ਅਕਾਊਂਟਸ ਜ਼ਰੂਰ ਬਣਾਊਗੀ। ਐਨੂਅਲ ਅਕਾਊਂਟਸ ਦੇ ਵਿੱਚ ਕੀ ਹੈ, ਉਹਨਾਂ ਨੇ ਆਪਣੇ ਅਕਾਊਂਟਿੰਗ ਪਾਲਿਸੀ ਦੇ ਅਕੋਰਡਿੰਗ ਪ੍ਰੋਫਿਟ ਐਂਡ ਲਾਸ ਬਣੂਗਾ, ਉਹਦੀਆਂ ਬੈਲੈਂਸ ਸ਼ੀਟ ਜੋ ਹੈ ਜ਼ਰੂਰ ਬਣਨਗੀਆਂ। ਹਰੇਕ ਕੰਪਨੀ ਨੂੰ ਆਪਣਾ ਬੁੱਕ ਐਂਡ ਪ੍ਰੋਫਿਟ ਜ਼ਰੂਰ ਫਾਈਂਡ ਕਰਨਾ ਹੋਊਗਾ। ਬੁੱਕ ਪ੍ਰੋਫਿਟ ਦਾ ਮਤਲਬ ਕੀ ਹੋਊਗਾ, ਜਿਹੜੇ ਵੀ ਉਹਨਾਂ ਦੇ ਸਾਰੇ ਖਰਚੇ ਹੋਏ ਹੋਣਗੇ, ਜਿੰਨੀ ਵੀ ਇਨਕਮ ਹੋਊਗੀ ਉਸ ਬੇਸ ਤੇ ਪਹਿਲਾਂ ਆਪਣਾ ਟ੍ਰੇਡਿੰਗ ਅਕਾਊਂਟ ਬਣਾਉਣਗੇ, ਟ੍ਰੇਡਿੰਗ ਅਕਾਊਂਟ ਦਾ ਗ੍ਰੋਸ ਪ੍ਰੋਫਿਟ ਲੈ ਕੇ ਅੱਗੇ ਗ੍ਰੋਸ ਪ੍ਰੋਫਿਟ ਜਿੰਨੀਆਂ ਵੀ ਇਨਕਮ ਹੋਈਆਂ ਮਾਈਨਸ ਸਾਰੇ ਖਰਚੇ ਕਰਨਗੇ, ਸਾਡੇ ਕੋਲ ਆਪਣਾ ਬੁੱਕ ਪ੍ਰੋਫਿਟ ਨਿਕਲ ਕੇ ਆ ਜਾਂਦਾ ਹੈਗਾ। ਕੰਪਨੀ ਕਈ ਵਾਰ ਇਦਾਂ ਵੀ ਹੁੰਦੀ ਹੈ ਅਮਾਊਂਟਸ ਰਿਜ਼ਰਵ ਦੇ ਵਿੱਚ ਵੀ ਟ੍ਰਾਂਸਫਰ ਕਰਨੀ ਹੈ, ਲੇਕਿਨ ਉਹਨਾਂ ਦਾ ਪ੍ਰੋਫਿਟ ਐਂਡ ਲਾਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ। ਜਿੰਨੀ ਮਰਜ਼ੀ ਅਮਾਊਂਟਸ ਆਪਣੇ ਰਿਜ਼ਰਵ ਦੇ ਵਿੱਚ ਪੇ ਕਰਨ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ।